जन्माने परतख गुरु निस्तारे। ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ। सहज सालाही सदा सदा ਗਿਆਨ ਕਰਕੇ ਭਾਈ ਵਾਹਿਗੁਰੂ ਦੀ ਸਿਫਤ ਕਰੀਦੀ ਹੈ, ਸਦਾ ਸਦਾ ਸਲਾਹੁਣੇ ਯੋਗ ਦੀ। सहज समाध ਸਹਿਜੇ लगाए ਗਿਆਨ ਕਰਕੇ ਬਿਰਤੀ ਟਿਕਦੀ ਹੈ, ਸਮਾਧੀ ਲੱਗਦੀ। ਜੇ ਗਿਆਨ ਨਾ ਹੋਵੇ ਬਿਰਤੀ ਕਾਹਦੇ ਚ ਟਿਕਾਵੇਗਾ। सहजे ही गुण उचरै ਸਹਿਜੇ ਗਿਆਨ ਕਰਕੇ ਮਹਾਰਾਜ ਦੇ ਗੁਣਾਂ ਨੂੰ ਜਾਣਦਾ ਹੈ, ਫਿਰ ਗੁਣਾਂ ਦਾ ਉਚਾਰਨ ਕਰਦਾ ਹੈ। भगत करे लिव ਲਿਵ लाए ਲਾ ਕੇ ਬਿਰਤੀ ਦੀ ਭਗਤੀ ਪਰਮੇਸ਼ਰ ਦੀ ਸੁਰਤ ਜੋੜ ਕੇ ਜੀਵਨ ਮੁਕਤੀ ਵਾਸਤੇ ਕਰਦੇ ਹਨ, ਬਦੇ ਮੁਕਤੀ ਵਾਸਤੇ। सबदे ही हर मन ਗੁਰੂ वसै ਸਾਹਿਬ ਦੇ ਸ਼ਬਦ ਉਪਦੇਸ਼ ਕਰਕੇ ਹੀ ਪਰਮੇਸ਼ਰ ਮਨ ਚ ਵਸਦਾ ਹੈ। रसना हर रस ਉਹਨਾਂ ਦੀ खाए ਰਸਨਾ ਵੀ ਹਰੀ ਦੇ ਰਸ ਨੂੰ ਧਾਰਨ ਕਰਦੀ ਹੈ, ਖਾਂਦੀ ਹੈ। सहजे काल विडारिया ਗਿਆਨ ਕਰਕੇ ਹੀ ਕਾਲ ਨੂੰ ਵਡਾਰਿਆ, ਖੰਡਾਇਆ, ਕੱਟਿਆ ਹੈ, ਮੇਟਿਆ ਹੈ। सच शरणाई ਸੱਚੇ ਅਕਾਲ पाए ਪੁਰਖ ਦੀ ਸ਼ਰਨ ਆਪਣੇ ਆਪ ਨੂੰ ਪਾ ਕੇ सहजे हर नाम मन वसिया ਗਿਆਨ ਕਰਕੇ ਹੀ ਪਰਮੇਸ਼ਰ ਦਾ ਨਾਮ ਮਨ ਚ ਵਸਿਆ ਹੈ। सच्ची कार ਉਹ ਸੱਚੇ कमाए ਪਰਮੇਸ਼ਰ ਦੀ ਆਪ ਜਪਣਾ ਤੇ ਜਪਾਉਣ ਰੂਪ ਕਾਰ ਪ੍ਰੇਮੀ ਕਮਾਉਂਦੇ ਹਨ। से वड भागी जिन्नी ਉਹ पाया ਵੱਡਿਆਂ ਭਾਗਾਂ ਵਾਲੇ ਪੁਰਖਾਂ ਨੇ ਜਿਨ੍ਹਾਂ ਨੇ ਪ੍ਰਭੂ ਅਕਾਲ ਪੁਰਖ ਨੂੰ ਪਾ ਲਿਆ ਹੈ। सहजे रहे ਸੱਚੇ समाए ਪਰਮੇਸ਼ਰ ਚੋਂ ਮਿਲੇ ਰਹਿੰਦੇ ਹਨ ਹਰ ਵਕਤ। माया विच सहज ना ਜਿੰਨਾ ਚਿਰ उपजै ਮਾਇਆ ਚਿਤ ਜੁੜਿਆ ਉਹਨਾਂ ਚਿਰ ਗਿਆਨ ਨਹੀਂ ਪੈਦਾ ਹੋ ਸਕਦਾ। माया दूजै ਮਾਇਆ ਕਰਕੇ भाई ਤਾਂ ਦੁਆਇਤ ਭਾ ਹੀ ਲੱਗਾ ਰਹਿੰਦਾ, ਦੂਜੀਆਂ ਚੀਜ਼ਾਂ 'ਚ ਹੀ ਪ੍ਰੇਮ ਕਰਦਾ ਰਹਿੰਦਾ ਹੈ। मनमुख कर्म कमावणे ਮਨਮੁਖ ਲੋਕ ਜਿਹੜੇ ਆ ਬੜੇ ਨਿਤ ਨਮਿਤ ਪ੍ਰਾਸ਼ਚਿਤ ਕਰਮਾਂ ਨੂੰ ਕਮਾਉਂਦੇ ਆ। हौ मैं जलै ਫਿਰ ਉਹਨਾਂ ਦੀ जलाए ਹੋਮੈ ਕਰਦੇ ਕਿ ਸਾਡੇ ਵਰਗਾ ਕਰਮ ਕੌਣ ਕਰ ਸਕਦਾ ਹੈ। ਆਪ ਜਲਦੇ ਆ, ਹੋਰਨਾਂ ਨੂੰ ਹੋਮੈ ਕਰਕੇ ਤਰਕਾਂ ਮਾਰ ਕੇ ਸਾੜਦੇ ਆ। जम्मण मरण ना चुकई ਐਸੇ ਪੁਰਖਾਂ ਦਾ ਜਿਹੜਾ ਜੰਮਣ ਮਰਨ ਸਿਰ ਤੋਂ ਚੱਕਿਆ ਨਹੀਂ ਜਾਂਦਾ ਹੈ। जम्मण मरण ना चुकई ਨਹੀਂ ਚੱਕਿਆ ਜਾਂਦਾ, ਜੰਮਣ ਮਰਨ ਮਿਟਦਾ ਨਹੀਂ ਹੈ। फिर आवे 84 ਦੇ जाए ਫੇਰਿਆਂ 'ਚ ਬਾਰ-ਬਾਰ ਹੱਡੀਆਂ ਟਿੰਡਾਂ ਨੂੰ ਆਉਂਦੇ ਜਾਂਦੇ ਹਨ। ਇਹੋ ਗੁਣਾ ਵਿੱਚ ਸਹਿਜ ਨਾ ਜਿੰਨਾ ਪਾਈਐ ਚਿਰ ਰਾਜਸੀ ਤਾਮਸੀ ਸਾਂਤਕੀ ਸੁਭਾਅ ਹੈ, ਉਹਨਾਂ ਚਿਰ ਤੁਰਿਆ ਪਾਦਾ ਗਿਆਨ ਨਹੀਂ ਪਾਈਦਾ। ਤ੍ਰੈ ਗੁਣ ਭਰਮ ਤਿੰਨਾਂ ਗੁਣਾਂ ਦੀ ਭੁਲਾਏ ਉਪਾਸਨਾ ਕਰਨ ਵਾਲੇ ਭਰਮ 'ਚ ਹੀ ਭੁੱਲ ਗਏ ਹਨ, ਭੁਲਾਤੇ ਹਨ। ਪੜੀਐ ਗੁਣੀਐ ਕਿਆ ਕਥੀਐ ਨਿਰਗੁਣ ਵਿਸ਼ਾ ਵੇਦਾਂ ਉਹਨਾਂ ਚਿਰ ਕੀ ਪੜ੍ਹ ਕੇ ਕਰੋਗੇ, ਕੀ ਗੁਣ ਕੇ ਅਰਥਾਂ ਨੂੰ ਵਿਚਾਰ ਕੇ ਕਰੋਗੇ, ਕੀ ਹੋਰਨਾਂ ਨੂੰ ਕਥਨ ਕਰਨ ਵਾਲੇ ਹੋ ਕੇ ਕੱਥ ਕੇ ਕਰੋਗੇ। ਜਾਂ ਮੁੱਢੋਂ ਕੁੱਥਾ ਜਦੋਂ ਭਾਈ ਜਾਏ ਮੁੱਢ ਜਨਮ ਤੋਂ ਲਾ ਕੇ ਤੁਸੀਂ ਭੁੱਲੇ ਜਾਂਦੇ ਹੋ ਪਰਮੇਸ਼ਰ ਵੱਲੋਂ, ਮੁੱਢ ਮੂਲ ਰੂਪ ਜੋ ਪਰਮੇਸ਼ਰ ਹੈ ਉਸ ਤੋਂ ਕੁੱਥੇ ਭੁੱਲੇ ਜਾ ਰਹੇ ਹੋ। ਚੌਥੇ ਪਦ ਮਹਿ ਸਹਿਜ ਚੌਥੇ ਤੁਰਿਆ ਹੈ ਪਦ ਜੋ ਸਾਖੀ ਰੂਪ ਉਹਦੇ ਚ ਗਿਆਨ ਹੈ ਸਰੂਪ ਦਾ। ਗੁਰਮੁਖ ਪੱਲੇ ਜਿਹੜੇ ਗੁਰਮੁਖ ਹੈ ਪਾਏ ਉਹਨਾਂ ਦੇ ਪੱਲੇ ਹਿਰਦੇ 'ਚ ਗੁਰੂ ਸਾਹਿਬ ਦੀ ਕਿਰਪਾ ਦੁਆਰਾ ਪੈਂਦਾ ਹੈ। ਨਿਰਗੁਣ ਨਾਮ ਨਿਧਾਨ ਹੈ ਹੇ ਜੀਵ, ਹੇ ਗੁਣਾ ਤੋਂ ਰਹਿਤ ਪੁਰਖ, ਪਰਮੇਸ਼ਰ ਦਾ ਨਾਮ ਹੀ ਖਜ਼ਾਨਾ ਹੈ। ਸਹਿਜੇ- ਨਿਰਾਕਾਰ ਜੋ ਪਰਮੇਸ਼ਰ ਹੈ ਉਹਦੇ ਨਾਮ ਦਾ ਖਜ਼ਾਨਾ ਹੈ। ਸਹਜੇ ਸੋਜੀ ਹੋ ਗਿਆਨ ਕਰਕੇ ਉਹਦੀ ਸਮਝ ਹੁੰਦੀ ਹੈ। ਗੁਣਵੰਤੀ ਸਾਲਾ ਹੈ ਜਿਹੜੇ ਗੁਣਾਂ ਵਾਲੇ ਮਹਾਤਮਾ ਉਹਨਾਂ ਨੇ ਪਰਮੇਸ਼ਰ ਦੀ ਸਿਫਤ ਕੀਤੀ ਹੈ। ਸੱਚੇ ਸੱਚੀ ਉਹਨਾਂ ਸੱਚਿਆਂ ਸੋਏ ਪੁਰਖਾਂ ਦੀ ਸੱਚੀ ਸੋਭਾ ਹੈ ਲੋਕ ਪਰਲੋਕ ਦੇ ਵਿੱਚ। ਭੁੱਲਿਆ ਸਹਿਜ ਮਿਲਾਏ ਸੀ ਜਿਹੜੇ ਭੁੱਲੇ ਹੋਏ ਭੁੱਲੇ ਸਿੱਖ ਗੁਰੂ ਸਮਝਾਏ, ਉਜੜ ਜਾਂਦੇ ਮਾਰਗ ਪਾਏ, ਉਹਨਾਂ ਨੂੰ ਸਹਿਜ ਗਿਆਨ ਦੇ ਕੇ ਗੁਰੂ ਸਾਹਿਬ ਸਮਝਾਉਂਦੇ ਸੀ। ਹੁਣ ਸਮਝਾਉਂਦੇ, ਅੱਗੇ ਨੂੰ ਸਮਝਾਉਣਗੇ। ਭੁੱਲਿਆ ਸਹਿਜ ਮਿਲਾਏ ਸੀ ਸਹਿਜ ਗਿਆਨ ਦੇ ਕੇ ਮਹਾਰਾਜ ਸਾਹਿਬ ਸ਼ਾਂਤ ਦੇ ਕੇ ਮਿਲਾਉਣਗੇ, ਮਿਲਾਉਂਦੇ ਸੀ, ਮਿਲਾਉਂਦੇ ਐ। ਸ਼ਬਦ ਮਿਲਾਵਾ ਹੋ ਗੁਰੂ ਸਾਹਿਬ ਦੇ ਉਪਦੇਸ਼ ਕਰਕੇ ਵਾਹਿਗੁਰੂ ਨਾਲ ਮਿਲਾਪ ਹੁੰਦਾ ਹੈ, ਹੋਵੇਗਾ। ਬਿਨ ਸਹਿਜੈ ਸਭ ਅੰਧ ਹੈ ਬਿਨਾਂ ਗਿਆਨ ਤੋਂ ਸਾਰੇ ਅਗਿਆਨੀ ਅੰਨੇ ਹੀ ਹਨ। ਮਨਬੁੱਧ ਰੂਪੀ ਨੇਤਰਾਂ 'ਚ ਵਿਚਾਰ ਰੂਪੀ ਨਿਗਾਹ ਨਹੀਂ ਹੈ। ਮਾਇਆ ਮੋਹ ਗੁਬਾਰ ਮਾਇਆ ਦੇ ਮੋਹ ਦਾ ਗੁਬਾਰ ਬੜਾ ਗਾੜਾ ਹਨੇਰਾ ਪਿਆ ਹੋਇਆ ਹੈ। ਸਹਿਜੇ ਹੀ ਸੋਝੀ ਪਈ
ਜਿਨ੍ਹਾਂ ਦੇ ਅੰਦਰ ਗਿਆਨ ਹੈ ਉਹਨਾਂ ਨੂੰ ਸਰੂਪ ਦੀ ਸੋਝੀ ਪਈ ਹੈ। ਸੱਚੇ ਸ਼ਬਦ ਅਪਾਰ ਉਹ ਸੱਚੇ ਗੁਰੂ ਸਾਹਿਬ ਦੇ ਸ਼ਬਦ ਪਾਰਾਵਾਰ ਤੋਂ ਰਹਿਤ ਦੀ ਕਮਾਈ ਕਰਦੇ ਹਨ। ਆਪੇ ਬਖਸ਼ ਮਿਲਾਇਨ ਉਹਨਾਂ ਨੂੰ ਸਤਿਗੁਰੂ ਰੂਪ ਧਾਰ ਕੇ ਆਪ ਹੀ ਬਖਸ਼ਣ ਵਾਲੇ ਨੂੰ ਮੇਲ ਲਿਆ ਹੈ। ਪੂਰੇ ਗੁਰ ਕਰਤਾਰ ਉਹ ਪੂਰਨ ਗੁਰੂ ਅਕਾਲ ਪੁਰਖ ਦਾ ਰੂਪ ਜੋ ਹਨ ਗੁਰੂ ਨਾਨਕ ਨਿਰੰਕਾਰ ਸਰੂਪ ਸਹਜੇ ਅਦਿਸ਼ਟ ਪਛਾਣੀਏ ਗਿਆਨ ਕਰਕੇ ਜਿਹੜਾ ਦਿਸਣ ਤੋਂ ਰਹਿਤ ਨਾ ਬ੍ਰਹਮ ਉਹ ਗਿਆਨ ਕਰਕੇ ਹੀ ਪਛਾਣੀਦਾ ਹੈ। ਨਿਰਭਉ ਜੋਤ ਉਹ ਨਿਰੰਕਾਰ ਨਿਰਭਉ ਸਰੂਪ ਹੈ, ਕਾਲ ਦਾ ਉਹਨੂੰ ਭੈ ਨਹੀਂ। ਜੋਤ ਪ੍ਰਕਾਸ਼ ਸਰੂਪ ਹੈ, ਮੈਗੀ ਅਕਾਲਾਂ ਤੋਂ ਰਹਿਤ ਹੈ। ਪ੍ਰਕਾਸ਼ ਤਾਂ ਸਾਰਿਆਂ ਦਾ ਹੈ, ਅੰਤःਕਰਨ ਦਾ ਵੀ ਪ੍ਰਕਾਸ਼ਕ ਹੈ, ਨੇਤਰਾਂ ਦਾ ਵੀ ਪ੍ਰਕਾਸ਼ਕ ਹੈ, ਚੰਦ ਸੂਰਜਾਂ ਦਾ ਵੀ ਪ੍ਰਕਾਸ਼ਕ ਹੈ, ਬਿਰਤੀ ਦਾ ਵੀ ਪ੍ਰਕਾਸ਼ਕ ਹੈ, ਪ੍ਰਕਿਰਤੀ ਦਾ ਵੀ ਪ੍ਰਕਾਸ਼ਕ ਹੈ, ਮਾਇਆ ਦਾ ਵੀ ਪ੍ਰਕਾਸ਼ਕ ਹੈ, ਤਿੰਨਾਂ ਗੁਣਾਂ ਦਾ ਵੀ ਪ੍ਰਕਾਸ਼ਕ ਹੈ। ਸਭ ਕਿਸੇ ਦਾ ਬ੍ਰਹਮੰਡਾਂ ਖੰਡਾਂ ਦਾ ਆਪ ਹੀ ਪ੍ਰਕਾਸ਼ਕ ਹੈ ਤੇ ਆਪ ਸਵਯੰ ਪ੍ਰਕਾਸ਼ ਸਰੂਪ ਹੈ। ਸਭਨਾ ਜੀਆਂ ਕਾ ਇੱਕ ਦਾਤਾ ਉਹ ਸਾਰਿਆਂ ਜੀਆਂ ਦਾ ਇੱਕੋ ਹੀ ਪਰਮੇਸ਼ਵਰ ਦਾਤਾ ਸਰੂਪ ਹੈ। ਜੋਤੀ ਜੋਤ ਮਿਲਾਵਣ ਹਾਰ ਉਹ ਆਪਦੀ ਜੋਤ ਵਿੱਚ ਜੋਤੀ ਅਦਵੈਤ ਆਨੰਦ ਸਰੂਪ ਜੋ ਬ੍ਰਹਮ ਹੈ ਪਰਤਕ ਜੋਤ ਨੂੰ ਮਿਲਾਉਣ ਵਾਲਾ ਹੈ। ਪੂਰਾ ਸ਼ਬਦ ਸਲਾਹੀਐ ਸਤਿਗੁਰਾਂ ਦੇ ਪੂਰੇ ਉਪਦੇਸ਼ ਕਰਕੇ ਉਸ ਦੀ ਸਿਫਤ ਕੀਤੀ ਜਾਂਦੀ ਹੈ। ਜਿਸ ਦਾ ਅੰਤ ਨਾ ਜਿਸ ਪਾਰਾਵਾਰ ਵਾਹਿਗੁਰੂ ਦਾ ਲੋਕ ਪਰਲੋਕ ਕਰਕੇ ਔਰ ਆਰ ਪਾਰ ਕਰਕੇ ਅੰਤ ਪਾਰ ਨਹੀਂ ਪਾਇਆ ਜਾਂਦਾ। ਗਿਆਨੀਆਂ ਕਾ ਧਨ ਨਾਮ ਹੈ ਗਿਆਨਵਾਨਾਂ ਦਾ ਧਨ ਤਾਂ ਭਾਈ ਦੌਲਤ ਮਹਾਰਾਜ ਦਾ ਨਾਮ ਹੀ ਸਮਝਿਆ ਹੋਇਆ ਹੈ। ਸਹਿਜ ਕਰਹਿ ਉਹ ਵਾਪਾਰ ਸ਼ਾਂਤੀ ਪੂਰਵਕ ਰਹਿ ਕੇ ਮਹਾਰਾਜ ਦੇ ਨਾਮ ਜਪਣ ਜਪਾਉਣ ਦਾ ਆਪ ਵਪਾਰ ਕਰਦੇ ਹਨ। ਅਨ ਦਿਨ ਲਾਹਾ ਹਰ ਨਾਮ ਰਾਤ ਲੈਣ ਨੇ ਪਰਮੇਸ਼ਰ ਦੇ ਅੰਮ੍ਰਿਤ ਨਾਮ ਦਾ ਲਾਭ ਗੁਰਸਿੱਖ ਲੈਂਦੇ ਹਨ। ਅਖੁੱਟ ਭਰੇ ਉਹਨਾਂ ਦੇ ਭੰਡਾਰ ਹਿਰਦੇ ਮੁੱਕਣ ਤੋਂ ਰਹਿਤ ਭੰਡਾਰੇ ਮਾਰਨ ਭਰ ਦਿੱਤੇ ਆ ਗੁਣਾ ਕਰਕੇ। ਨਾਨਕ ਟੂਟ ਨਾ ਆਵਈ ਸਤਿਗੁਰੂ ਜੀ ਕਹਿੰਦੇ ਨੇ ਕਿਸੇ ਪ੍ਰਕਾਰ ਨੂੰ ਟੋਟ ਘਾਟਾ ਨਹੀਂ ਆਉਂਦਾ ਹੈ। ਦੀਏ ਦੇਵਨਹਾਰ ਦੇਵਨਹਾਰ ਵਾਹਿਗੁਰੂ ਨੇ ਜਿਨ੍ਹਾਂ ਨੂੰ ਇਹ ਬਖਸ਼ਿਸ਼ ਕਰਕੇ ਦਾਤ ਦੇ ਦਿੱਤੀ ਹੈ। ਅਨ ਦਿਨ ਲਾਹਾ ਹਰ ਨਾਮ ਲੈਣ ਅਖੁੱਟ ਭਰੇ ਭੰਡਾਰ ਨਾਨਕ ਟੋਟ ਨਾ ਆਵਈ ਦੀਏ ਦੇਵਨਹਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਸਤਿਗੁਰੂ ਤੀਜੇ ਪਾਤਸ਼ਾਹ ਗਰੀਬ ਨਵਾਜ ਸ਼ਾਂਤ ਰਸ ਰਹਿ ਕੇ ਸਤਿਗੁਰਾਂ ਨੇ ਕੁਰਬਾਨੀ ਕੀਤੀ ਹੈ। ਦੁਨੀਆ ਦੇ ਅੰਦਰ ਧਰਮ ਨੂੰ ਸਰਜੀਤ ਰੱਖਣ ਵਾਸਤੇ ਆਪ ਸਤਿਗੁਰੂ ਜੀ ਮਿਹਰਬਾਨ ਸਤਿਗੁਰਾਂ ਨੇ ਸਾਰਿਆਂ 'ਚ ਪਰਮੇਸ਼ਰ ਦੀ ਜੋਤ ਨੂੰ ਦਿਖਾਉਣ ਵਾਸਤੇ ਗੁਰਸਿੱਖਾਂ ਨੂੰ ਕੋਈ ਵੈਰ ਕਰੀ ਜਾਏ ਵਿਰੋਧ ਕਰੀ ਜਾਏ ਸਾਰਿਆਂ 'ਚ ਵਾਹਿਗੁਰੂ ਦੀ ਜੋਤ ਜਾਣ ਕੇ ਉਸ ਦੇ ਭਾਣੇ 'ਚ ਪ੍ਰਸੰਨ ਰਹਿਣਾ ਹੈ। ਇਹ ਧਰਮ ਦਾ ਸਾਕਾ ਹੁੰਦਾ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਪੂਰਨੇ ਪਾ ਕੇ ਸਤਿਗੁਰੂ ਜੀ ਨੇ ਆਪ ਵਿਖਾਏ ਹਨ। ਸੋ ਸਤਿਗੁਰੂ ਮਹਾਰਾਜ ਸਾਹਿਬ ਕਿਰਪਾ ਕਰਕੇ ਗੁਰੂ ਅਮਰਦਾਸ ਸਤਿਗੁਰੂ ਜੀ ਪਰਮ ਪਵਿੱਤਰ ਸਤਵੀਂ ਅਸ਼ਟਪਦੀ ਉਚਾਰਨ ਕਰਦੇ ਫਰਮਾਉਂਦੇ ਹਨ। ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਮਿਲਿਆ ਫੇਰ ਨਾ ਪਵੈ। ਇਹ ਭਾਈ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਸ ਸਿੱਖਾਂ ਨੇ ਪੁੱਛਿਆ ਕਿ ਗਰੀਬ ਨਵਾਜ ਜੀ 84 ਦੇ ਫੇਰ 'ਚ ਕਿਵੇਂ ਨਹੀਂ ਪਈਦਾ। ਇਹ ਉਪਾਅ ਦੱਸੋ। ਆਵਾਗਾਉਣ 'ਚ ਸਾਰੀ ਦੁਨੀਆ ਪਈ ਰਹਿੰਦੀ ਹੈ, ਇਹ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਜੰਮਣ ਮਰਨ ਦੇ ਦੁੱਖ ਦੀ ਨਿਵਰਤੀ ਕਿਵੇਂ ਹੋ ਸਕਦੀ ਹੈ? ਅਤੇ ਸੱਚੇ ਪਾਤਸ਼ਾਹ ਮਨ ਮਸਤ ਕਿਵੇਂ ਹੋ ਸਕਦਾ ਹੈ? ਚਿੱਤ ਕਿਸ ਦੇ ਨਾਲ ਲਾਉਣਾ ਚਾਹੀਦਾ ਹੈ? ਅਤੇ ਸਦਾ ਨਵੀਨ ਰਹਿਣ ਵਾਲੀ ਕਿਹੜੀ ਚੀਜ਼ ਹੈ? ਮਨ 'ਚ ਆਪੇ ਪਰਮੇਸ਼ਰ ਕਿਵੇਂ ਆ ਕੇ ਵਸਦਾ ਹੈ? ਉਹਦੀ ਸ਼ਰਨ 'ਚ ਕਿਵੇਂ ਰਿਹਾ ਜਾਵੇ? ਜੀਵਤ ਭਾਵ ਤੋਂ ਕਿਵੇਂ ਮਰਿਆ ਜਾਵੇ? ਸੱਚੇ ਪਾਤਸ਼ਾਹ ਨਾਮ ਨੂੰ ਕਿਵੇਂ ਪ੍ਰਾਪਤ ਕਰੀਏ? ਅਤੇ ਸੱਚੇ ਪਾਤਸ਼ਾਹ ਮਨ 'ਚੋਂ ਆਪ ਕਿਵੇਂ ਆ ਕੇ ਵਸਦਾ ਹੈ? ਇੱਕ ਮਨਮੁਖ ਜਿਹੜੇ ਰਹਿ ਜਾਂਦੇ ਉਹ ਕਿਉਂ ਖਾਲੀ ਰਹਿ ਜਾਂਦੇ ਹਨ? 84 ਦੀ ਜੂਨਾਂ 'ਚ ਕਿਉਂ ਫਿਰਦੇ ਹਨ? ਭਗਤਾਂ ਦੇ ਮਨ 'ਚ ਕਿਉਂ ਆਨੰਦ ਹੈ? ਇਸ ਪ੍ਰਕਾਰ ਦੇ ਪ੍ਰਸ਼ਨ ਸਿੱਖਾਂ ਨੇ ਕੀਤੇ ਹਨ। ਉਹਨਾਂ ਸਾਰਿਆਂ ਪ੍ਰਸ਼ਨਾਂ ਉੱਤਰ ਸਤਿਗੁਰੂ ਸਹਿਜ ਨਾਲ ਗੁਰੂ ਅਮਰਦਾਸ ਸਾਹਿਬ ਜੀ ਬਖਸ਼ਦੇ ਹੋਏ ਫਰਮਾਉਂਦੇ ਹਨ। ਸਤਿਗੁਰ ਮਿਲਿਆ ਫੇਰ ਨਾ ਪਵੈ। ਇਹ ਭਾਈ ਜੇ ਤੁਸੀਂ 84 ਦੇ ਗੇੜੇ ਬਾਬਤ ਪੁੱਛਦੇ ਹੋ, ਗੁਰੂ ਮਹਾਰਾਜ ਸਾਹਿਬ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੋ ਸਤ ਸਰੂਪ ਹੈ, ਗੁਰੂ ਚੇਤਨ ਸਰੂਪ ਹਨ,
ਗੋ ਗਿਆਨ ਦਾ ਨਾਸ ਕਰਕੇ ਰੂ ਗਿਆਨ ਦਾ ਪ੍ਰਕਾਸ਼ ਕਰਨ ਵਾਲੇ ਜੋ ਸਤਿਗੁਰੂ ਹਨ, ਸਤਿਗੁਰਾਂ ਦੇ ਨਾਲ ਮਿਲਣੇ ਕਰਕੇ ਫਿਰ ਇਹ ਆਦਮੀ ਜੂਨਾਂ ਦੇ ਫੇਰ ਚੱਕਰ ਵਿੱਚ ਹਲਟ ਦੀਆਂ ਟਿੰਡਾਂ ਵਾਂਗੂ, ਜਿਸ ਪ੍ਰਕਾਰ ਜੈਸੇ ਹਲਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸਖਣੀ ਹੋਰ ਇੱਕ ਹੋਰ ਫੇਰ ਭਦੀਅਤ ਹੈ, ਤੈਸੂ ਇਹ ਖੇਲ ਖਸਮ ਕਾ। ਇਹ 84 ਦੇ ਫੇਰ 'ਚ ਨਹੀਂ ਪੈਂਦਾ ਜੋ ਸਤਿਗੁਰਾਂ ਦੇ ਨਾਲ ਮਨ ਦਾ ਮੇਲੀ ਹੋ ਕੇ ਮਿਲ ਜਾਂਦਾ ਹੈ। ਜਨਮ ਮਰਨ ਦੁਖ ਜਾਏ, ਉਹਦੇ ਜਨਮ ਦਾ ਦੁੱਖ ਵੀ ਚਲਿਆ ਜਾਂਦਾ, ਮੁੜ ਕੇ ਮਾਤਾ ਦੇ ਗਰਭ 'ਚ ਪੈ ਕੇ ਨਹੀਂ ਸੜਨਾ ਪੈਂਦਾ, ਤੇ ਮਰਨ ਦਾ ਦੁੱਖ ਨਰਕ ਦੇ ਵਿੱਚ ਜਾ ਕੇ ਦੁੱਖ ਨਹੀਂ ਭੋਗਣਾ ਪੈਂਦਾ, ਮੌਤ ਦਾ ਦੁੱਖ ਵੀ ਚਲਿਆ ਜਾਂਦਾ ਹੈ। ਪੂਰੇ ਸ਼ਬਦ ਸਭ ਸੋਝੀ ਹੋਈ, ਇਹ ਸੋਝੀ ਮਹਾਰਾਜ ਸਾਰੀ ਕਿੱਥੋਂ ਹੁੰਦੀ ਹੈ? ਹਜੂਰ ਕਹਿੰਦੇ ਨੇ ਪੂਰੇ ਗੁਰਾਂ ਦੇ ਸ਼ਬਦ ਕਰਕੇ ਸਮਝ ਹੋਈ ਹੈ, ਉਪਦੇਸ਼ ਕਰਕੇ ਆਪੋਂ ਨਹੀਂ ਕਿਸੇ ਨੂੰ ਸਮਝ ਹੋਈ, ਤੇ ਮਸਤ ਕਿਵੇਂ ਹੋਈਦਾ ਹੈ? ਹਰ ਨਾਮੈ ਰਹਿ ਸਮਾਏ, ਮਹਾਰਾਜ ਕਹਿੰਦੇ ਨਾਮ ਵਿੱਚ ਭਾਈ ਮਸਤ ਹੋ ਰਹੀ ਹੈ। ਜਿਸ ਦਾ ਮਨ ਨਾਮ 'ਚ ਮਿਲਿਆ ਰਹੇ ਉਹਨੂੰ ਐਸੀ ਮਸਤੀ ਚੜ੍ਹਦੀ ਹੈ। ਇਹ ਜਿੰਨੇ ਦੁਨੀਆ ਦੇ ਮਸਤਾਨੇ, ਕੋਈ ਸੁੱਖਾ ਪੀਂਦਾ ਹੈ, ਕੋਈ ਪੋਸਤ ਪੀਂਦਾ ਹੈ, ਕੋਈ ਫੀਮ ਖਾਂਦਾ ਹੈ, ਕੋਈ ਸ਼ਰਾਬ ਪੀਂਦਾ ਹੈ, ਇਹ ਖੁਦ ਮਸਤੀ ਬਿਨੋਂ ਮਤ ਸਵੇ ਜੇ ਅੰਤਰ ਸਤਲ ਜਾਤੇ ਹੈ। ਇਹ ਖੁਦ ਆਤਮਾਨੰਦ ਦੀ ਮਾਸੀ ਤੋਂ ਬਿਨਾਂ ਅੰਤ ਨੂੰ ਨਰਕ 'ਚ ਜਾਣ ਵਾਲੇ ਲੋਕ ਹਨ। ਸੋ ਪਰਮੇਸ਼ਰ ਦੀ ਸਰੂਪ ਦੀ ਪ੍ਰਾਪਤੀ ਦੀ ਜਿਹੜੀ ਮਸਤੀ ਹੈ, ਉਹ ਨਾਮ ਕਰਕੇ ਪਰਮੇਸ਼ਰ 'ਚ ਮਸਤ ਹੋ ਕੇ ਲੀਨ ਹੋ ਰਹਿੰਦਾ ਹੈ। ਫਾਰਸੀ 'ਚ ਸਮਾਏ ਨਾਮ ਮਸਤੀ ਦਾ ਹੁੰਦਾ ਹੈ, ਸੰਸਕ੍ਰਿਤ 'ਚ ਸਮਾਏ ਨਾਮ ਮਿਲਣ ਦਾ ਹੁੰਦਾ ਹੈ। ਪਰਮੇਸ਼ਰ ਦੇ ਨਾਮ ਕਰਕੇ ਮਸਤ ਹੋ ਕੇ ਮਿਲਿਆ ਰਹਿੰਦਾ ਹੈ। ਮਨ ਮੇਰੇ ਸਤਿਗੁਰ ਸਿਉ ਚਿਤ ਮਹਾਰਾਜ ਲਾਏ, ਚਿੱਤ ਕਿਸ ਨਾਲ ਲਾਈਏ? ਤਾਂ ਮਹਾਰਾਜ ਫਰਮਾਉਂਦੇ ਨੇ, ਪਹੇ ਪਿਆਰਿਆ ਮੇਰੇ ਮਨ ਦੇ ਅਜੀਜ਼ ਸਤਿਗੁਰੂ ਸਾਹਿਬ ਦੇ ਨਾਲ ਚਿੱਤ ਦੀ ਬਿਰਤੀ ਨੂੰ ਲਾ, ਹੋਰ ਪਾਸੇ ਨੂੰ ਛੱਡ ਕੇ। ਨਿਰਮਲ ਨਾਮ ਸਾਧ ਨਵ ਤਨੋ, ਸਦਾ ਨਵੀਨ ਵਸਤੂ ਕਿਹੜੀ ਹੈ? ਮਹਾਰਾਜ ਕਹਿੰਦੇ ਉਜਲ ਮਨ ਨੂੰ ਕਰਨ ਵਾਲਾ, ਮਲ ਵਿਖੇਪ ਅਵਰਨ ਦੀ ਮੈਲ ਨੂੰ ਧੋਣ ਵਾਲਾ ਉਜਲ ਨਾਮ ਮਹਾਰਾਜ ਦਾ ਸਦਾ ਨਵੀਨ ਰਹਿਣ ਵਾਲਾ ਹੈ। ਕਦੇ ਪੁਰਾਣਾ ਨਹੀਂ ਹੁੰਦਾ, ਸੱਚ ਪੁਰਾਣਾ ਹੋਵੇ ਨਹੀਂ। ਸੱਚਾ ਨਾਮ ਕਦੇ ਪੁਰਾਣਾ ਨਹੀਂ ਹੁੰਦਾ ਕਿ ਚੌਹਾਂ ਯੁੱਗਾਂ ਦੇ ਜੀਆਂ ਦਾ ਆਧਾਰ ਕਰਕੇ ਹੁਣ ਪੁਰਾਣਾ ਹੋ ਗਿਆ, ਹੁਣ ਸਦਾ ਨਵੀਨ ਸਰੂਪ ਹੈ। ਆਪ ਵਸੈ ਮਨ ਆਏ, ਜਿਨ੍ਹਾਂ ਦੇ ਮਨ 'ਚ ਪਰਮੇਸ਼ਰ ਦਾ ਨਾਮ ਸਾਧ ਸੰਗਤ ਜੀ ਵਸਦਾ ਹੈ, ਉਹ ਸਦਾ ਨਵਤਨ ਨਿਤ ਨਵਾਂ ਜੋ ਸਹਿ ਮੇਰਾ ਹੈ, ਸਹਿ ਮੇਰਾ ਨਿਤ ਨਵਾਂ ਸਦਾ ਸਦਾ ਦਾ ਪਾਰ, ਉਹ ਨਵੀਨ ਸਰੂਪ ਮਹਾਰਾਜ ਜੀ ਇੱਕ ਰਸ ਰਹਿਣ ਵਾਲਾ, ਉਹਨਾਂ ਦੇ ਮਨ 'ਚ ਆਪ ਆ ਕੇ ਵਸ ਜਾਂਦਾ ਹੈ। ਰਹਾਉ ਹਰ ਜੀਉ ਰਾਖੋ ਆਪਣੀ ਸ਼ਰਨ ਜੇ ਆਈ, ਸ਼ਰਨ ਬਾਬਤ ਪੁੱਛਦੇ ਹੋ ਤਾਂ ਕਿਹਦੀ ਸ਼ਰਨ ਪਈਏ? ਤਾਂ ਮਹਾਰਾਜ ਦੀ ਸ਼ਰਨ ਪੈਣਾ ਚਾਹੀਦਾ ਹੈ। ਰਹਾਉ ਵਿਸਰਾਮ ਦੇ ਕੇ ਦੱਸਦੇ ਹਨ ਕਿ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਸਾਨੂੰ ਆਪ ਦੀ ਸ਼ਰਨ ਵਿੱਚ ਰੱਖੋ। ਜਿਉ ਰੱਖ ਹੈ ਤਿਉ ਰਹਿਣਾ, ਜਿਹੜਾ ਸ਼ਰਨ ਪਿਆ ਹੁੰਦਾ ਉਹ ਹੰਕਾਰ ਨਹੀਂ ਕਰ ਸਕਦਾ ਕਿ ਮੈਂ ਹੀ ਨਹੀਂ ਕਰਨਾ। ਜਿਵੇਂ ਮਹਾਰਾਜ ਸਾਨੂੰ ਰੱਖਣਾ ਕਰੋ, ਅਸੀਂ ਉਸੇ ਪ੍ਰਕਾਰ ਰਹਿਣਾ ਕਰਾਂਗੇ। ਜੇ ਭੁੱਖ ਦੇ ਤਾਂ ਇੱਥੇ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ, ਸਦਾ ਪ੍ਰਸੰਨ ਰਹਾਂਗੇ। ਜੇ ਸੁਖ ਦੇ ਤੁਝੇ ਰਾਧੀ, ਦੁੱਖ ਪੇ ਤੁਝੇ ਧਿਆਈ, ਹਰ ਹਾਲਤ ਵਿੱਚ ਤੇਰੀ ਸ਼ਰਨ ਵਿੱਚ ਰਹਾਂਗੇ। ਇਉਂ ਮਹਾਰਾਜ ਜਿਵੇਂ ਸਾਨੂੰ ਰੱਖੋ, ਆਪਦੀ ਰਜਾ ਮੰਨ ਕੇ ਪ੍ਰਸੰਨ ਹੋ ਕੇ ਰਹਿਣਾ ਕਰਦੇ ਹਾਂ। ਜੈ ਰਾਖੇ ਤੈਂ ਬੁਕੁੰਠ ਸਾਨ, ਜਿੱਥੇ ਰੱਖੇ ਅਸੀਂ ਉਹੀ ਬੁਕੁੰਠ ਸਮਝਦੇ ਹਾਂ। ਪਰਮੇਸ਼ਰ ਇਉਂ ਜਿਸ ਪ੍ਰਕਾਰ ਰੱਖੋ ਸਾਡਾ ਰਹਿਣਾ ਹੁੰਦਾ ਹੈ। ਗੁਰ ਕੈ ਸ਼ਬਦ ਜੀਵਤ ਮਰੈ, ਜੀਵਤ ਭਾਵ ਤੋਂ ਮਾਰੇ ਕਿਵੇਂ ਮਰਿਆ ਜਾਂਦਾ ਹੈ? ਹਜੂਰ ਕਹਿੰਦੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜੀ ਪੁਣੇ ਵੱਲੋਂ ਜੀਵ ਮਰਦਾ ਹੈ, ਪਰਮੇਸ਼ਰ ਦਾ ਰੂਪ ਹੋ ਜਾਂਦਾ ਹੈ। ਗੁਰਮੁਖ ਭਵ ਜਲ ਤਰਨ, ਇਸ ਪ੍ਰਕਾਰ ਜਿਹੜੇ ਗੁਰਮੁਖ ਹਨ, ਰੋਮ ਰੋਮ ਪਰਮੇਸ਼ਰ ਨੂੰ ਧਿਆਉਣ ਵਾਲੇ, ਵੈਰ ਵਿਰੋਧ ਮੇਟਣ ਵਾਲੇ, ਸਭ ਦੀ ਧੂੜ ਹੋਣ ਵਾਲੇ, ਉਹਨਾਂ ਨੂੰ ਸੰਸਾਰ ਤੋਂ ਭਾਈ ਸਮੁੰਦਰ ਤੋਂ ਤਰਨਾ ਕੀਤਾ ਹੈ। ਜੋ ਗੁਰਮੁਖ ਸੁਭਾਅ ਵਾਲਾ ਬਣਦਾ ਹੈ ਉਹਨਾਂ ਨੂੰ ਵੀ ਸੰਸਾਰ ਸਮੁੰਦਰੋਂ ਤਰਨਾ ਹੈ। ਵੱਡਾ ਭਾਗ ਨਾਉ ਪਾਈਐ, ਵੱਡੇ ਭਾਗ ਉਹਨਾਂ ਦੇ ਹੈ ਜੋ ਪਰਮੇਸ਼ਰ ਦੇ ਨਾਮ ਨੂੰ ਪਾਉਂਦੇ ਹੈ। ਗੁਰਮਤਿ ਸ਼ਬਦ ਸੁਹਾਈ, ਇਹ ਗੁਰੂ ਸਾਹਿਬ ਦੀ ਮਤ ਸਿੱਖਿਆ ਦੁਆਰਾ ਸ਼ਬਦ ਦੀ ਕਮਾਈ ਕਰਕੇ ਸੋਭਨੀਕ ਜੀਵਨ ਹੁੰਦਾ ਹੈ ਲੋਕ ਪਰਲੋਕ ਵਿੱਚ। ਆਪੇ ਮਨ ਵਸਿਆ ਪ੍ਰਭ ਕਰਤਾ, ਇਹ ਭਾਈ ਉਹਨਾਂ ਦੇ ਮਨ ਚ ਆਪ ਹੀ ਕਰਤਾ ਪੁਰਖ ਆ ਕੇ ਵਸ ਗਿਆ ਹੈ। ਸਹਜੇ ਰਹਾ ਸਮਾਈ, ਜਿਹਦਾ ਮਨ ਸਹਿਜ ਗਿਆਨ ਵਿੱਚ, ਸਹਿਜ ਸਰੂਪ ਵਿੱਚ, ਸਹਿਜ ਸ਼ਾਂਤੀ ਵਿੱਚ, ਸਹਿਜ ਸੰਤੋਖ ਵਿੱਚ, ਸਹਿਜ ਧਰਮ ਵਿੱਚ ਮਨ ਲੀਨ ਹੋਇਆ ਰਹਿੰਦਾ ਮਸਤ ਹੋ ਕੇ। ਇਕ ਨਾ ਮਨਮੁਖ ਸ਼ਬਦ ਨਾ ਭਾਵੈ, ਇੱਕੋ ਮਨਮੁਖ ਹਨਗੇ ਪੁਰਖ, ਮਨ ਦੇ ਆਖੇ ਲੱਗਣ ਵਾਲੇ। ਕਹਿੰਦਾ ਜਿਵੇਂ ਮੇਰਾ ਮਨ ਕਹਿੰਦਾ ਮੈਂ ਤਾਂ ਉਵੇਂ ਕਰੂੰ,
ਮਨ ਦੇ ਵਿਕਾਰ ਨਹੀਂ ਛੱਡਦਾ, ਮਨ ਦੇ ਔਗਣ ਨਹੀਂ ਛੱਡਦਾ, ਮਨ ਦੇ ਐਬ ਨਹੀਂ ਛੱਡਦਾ। ਇਹਨਾਂ ਇਹੋ ਜਿਹੇ ਮਨੁੱਖਾਂ ਪੁਰਖਾਂ ਨੂੰ ਗੁਰੂ ਸਾਹਿਬ ਦਾ ਉਪਦੇਸ਼ ਚੰਗਾ ਹੀ ਨਹੀਂ ਲੱਗਦਾ। ਬੰਧਨ ਬੰਧ ਪਵਾਇਆ, ਉਹ ਅੱਗੇ ਮਨੁੱਖਤਾ ਦੇ ਬੰਧਨਾਂ 'ਚ ਵੱਜੇ ਹੋਏ ਐ। ਹੁਣ ਉਹ ਜਿੰਨੇ ਸੰਚਿਤ ਕਰਮ ਹਨਗੇ ਉਹਨਾਂ ਬੰਧਨਾਂ 'ਚ ਵੱਜੇ ਹੋਏ ਐ। ਕਿਰੇਮਾਨ ਕਰਮਾਂ ਕਰਕੇ ਸੰਚਿਤ ਕਰਮ ਬਣਦੇ ਐ, ਸੰਚਿਤ ਕਰਮਾਂ ਕਰਕੇ ਪਰਾਲਬਧ ਕਰਮ ਬਣਦੇ ਹਨ। ਪਰਾਲਬਧ ਕਰਕੇ ਜਦੋਂ ਭੋਗੀ ਜਾਂਦੀ ਹੈ ਫਿਰ ਜੂਨਾਂ ਦੇ ਬੰਧਨਾਂ 'ਚ ਇਸ ਨੂੰ ਪੁਆਇਆ ਜਾਂਦਾ ਹੈ। ਇਉਂ ਬੰਧਨ ਕਾਮ ਕ੍ਰੋਧ ਦੇ ਬੰਧਨ ਪਏ ਰਹਿੰਦੇ ਹੈ ਅਤੇ ਕਰਤਾ ਭੁਗਤਾ ਪੁਣੇ ਦੇ ਬੰਧਨ ਪਏ ਰਹਿੰਦੇ ਹੈ, ਹੰਗਤਾ ਮਮਤਾ ਦੇ ਬੰਧਨ ਪਏ ਰਹਿੰਦੇ ਹੈ। ਬੰਨ ਕੇ ਅੰਤ ਨੂੰ ਜੂਨਾਂ 'ਚ ਪੁਆਇਆ ਜਾਂਦਾ ਕੈਦੀ ਕਰਕੇ। ਲੱਖ 84 ਫਿਰ ਆਵੇ, ਫਿਰ ਮਹਾਰਾਜ ਜੂਨਾਂ ਕਿੰਨੀਆਂ ਕਹਿੰਦੇ 84 ਲੱਖ ਜੂਨ ਹੈ, ਮੁੜ ਮੁੜ ਕੇ ਆਉਂਦਾ ਰਹਿੰਦਾ ਹੈ। ਸੁਖਦੇਵ ਨੇ ਆਪਦੇ ਬਾਪ ਨੂੰ ਕਿਹਾ ਸੀ, ਹੇ ਪਿਤਾ ਮੇਰੇ ਨਾਲ ਮੋਹ ਨਾ ਕਰ, ਮੈਂ ਆਪਦੇ 100 ਜਨਮ ਦਾ ਮੈਨੂੰ ਗਿਆਨ ਹੈ। ਇੱਕ ਜਨਮ ਵਿੱਚ ਮਾਰਾ ਮੈਂ ਗਧਾ ਬਣਿਆ, ਗਧਾ ਬਣ ਕੇ ਮੈਂ ਲਾਗਾ ਲੱਗਾ ਹੋਇਆ ਸੀ। ਜਿੰਨਾ ਚਿਰ ਮੈਂ ਕੰਮ ਦਿੰਦਾ ਰਿਹਾ ਉਹਨਾਂ ਚਿਰ ਧੋਬੀ ਮੇਰੇ ਲੀੜੇ ਰੱਖ ਕੇ ਧੋ ਕੇ ਲਿਆਉਂਦਾ ਰਿਹਾ ਘਾੜ ਤੋਂ। ਜਦੋਂ ਮੈਂ ਤੁਰਨੋਂ ਰਹਿ ਗਿਆ ਉਦੋਂ ਧੋਬੀ ਮੈਨੂੰ ਗਾਰੇ 'ਚ ਖੁੱਬਾ ਜਾਣ ਕੇ ਉੱਥੇ ਹੀ ਛੱਡ ਗਿਆ। ਲਾਗਾ ਲੱਗਾ ਹੋਇਆ ਸੀ, ਕਾਂ ਮੇਰੇ ਤਾਈਂ ਚੂਣ ਕੇ ਖਾਣ ਤੇ ਲੋਕ ਮੇਰੇ ਤੋਂ ਦੀ ਪੈਰ ਰੱਖ ਕੇ ਤੁਰਨ ਲੱਗ ਗਏ। ਇਸ ਪ੍ਰਕਾਰ ਮੈਂ ਕਈ ਦਿਨ ਦੁੱਖ ਭੋਗਿਆ, ਉੱਥੇ ਹੀ ਮਰ ਰਿਹਾ, ਗਾਰੇ 'ਚ ਖੁੱਬਾ ਹੋਇਆ। ਇਉਂ ਮੈਂ ਗਧੇ ਦੀ ਜੂਨ ਭੋਗ ਕੇ ਬੜਾ ਦੁੱਖ ਭੋਗਿਆ। ਫਿਰ ਕਹਿੰਦਾ ਮੈਂ ਬਿੱਲੇ ਦੀ ਜੂਨ ਪਾਈ। ਕਈ ਵਾਰੀ ਬਿੱਲਿਆਂ ਨੇ ਇਹ ਬੈਰ ਕਰਦੇ ਝੋਟਿਆਂ ਵਾਂਗੂ, ਬਿੱਲਾ ਜਾਣ ਕੇ ਮੈਨੂੰ ਗਲ ਘੁੱਟ ਕੇ ਬਿੱਲੇ ਮਾਰ ਜਾਇਆ ਕਰਦੇ। ਇਸ ਪ੍ਰਕਾਰ ਕਈ ਜਨਮ ਬਿੱਲਿਆਂ ਦੇ ਭੋਗੇ। ਫਿਰ ਇਸੇ ਪ੍ਰਕਾਰ ਮੈਂ ਕਈ ਜਨਮ ਹੋਰ ਭੋਗੇ। ਇਉਂ 100 ਜਨਮ ਸੁਖਦੇਵ ਨੇ ਆਪਦਾ ਜਨਮ ਗਣਾਇਆ ਬਿਆਸ ਲਿਖੀ ਨੂੰ। ਸੋ ਹਜ਼ੂਰ ਫਰਮਾਉਂਦੇ ਹਨ, ਲੱਖ 84 ਫਿਰ ਆਵੇ। ਇਹ 84 ਲੱਖ ਜੂਨ 'ਚ ਜੀਵ ਬਾਰ-ਬਾਰ ਫਿਰ ਕੇ ਫੇਰਿਆਂ 'ਚ ਆਉਂਦਾ ਜਾਂਦਾ ਹੈ। ਬਿਰਥਾ ਜਨਮ ਗਵਾਇਆ, ਆਪਦਾ ਜਨਮ ਮਨੁੱਖਾ ਜਨਮ ਪਾ ਕੇ ਵਿਅਰਥੀ ਗਵਾ ਲਿਆ ਦਿਸ਼ਾ ਦੇ ਪ੍ਰੈਣ ਹੋ ਕੇ। ਭਗਤਾ ਮਨ ਆਨੰਦ ਹੈ, ਜੋ ਮਹਾਰਾਜ ਦੀ ਭਗਤੀ ਕਰਨ ਵਾਲੇ ਉਹਨਾਂ ਦੇ ਮਨ 'ਚ ਵਾਹਿਗੁਰੂ ਦਾ ਆਨੰਦ ਪ੍ਰਗਟ ਹੈ। ਸੱਚਾ ਸ਼ਬਦ ਰੰਗ ਰਾਤੇ, ਉਹ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਵਾਹਿਗੁਰੂ ਦੇ ਪ੍ਰੇਮ ਰੰਗ 'ਚ ਰੱਤੇ ਹੋਏ ਹਨ। ਅਨ ਦਿਨ ਗੁਣ ਗਾਵੈ ਸਦ ਨਿਰਮਲ, ਸਦਾ ਉਹਨਾਂ ਦੇ ਮਨ ਸੁੱਧ ਹੈ। ਉਜਲ ਪਰਮੇਸ਼ਰ ਦੇ ਗੁਣਾਂ ਨੂੰ ਗਾ ਕੇ ਆਪ ਪਾਪਾਂ ਦੀ ਮੈਲ ਤੋਂ ਨਿਰਮਲ ਹੋ ਗਏ ਹੈ। ਦੁਰਮਤ ਪਾਪ ਕਲੇਵਰ ਧੋਤਾ, ਜਿਹੜਾ ਖੋਟੀ ਮਤ ਵਾਲੇ ਪਾਪ ਸੀ ਦੇਹ ਦੇ ਉਹ ਸਾਰੇ ਧੋ ਲਏ ਉਹਨਾਂ ਨੇ। ਸਹਜੇ ਨਾਮ ਸਮਾਤੇ, ਸੁਤੇ ਸਿੱਧ ਮਹਾਰਾਜ ਦੇ ਨਾਮੀ ਸਰੂਪ ਵਿੱਚ ਸਮਾਏ ਰਹਿੰਦੇ ਮਿਲੇ ਰਹਿੰਦੇ ਹਨ। ਗੁਰਮੁਖ ਅੰਮ੍ਰਿਤ ਬਾਣੀ ਬੋਲੇ ਹੈ, ਗੁਰਮੁਖ ਮਹਾਰਾਜ ਕੀ ਬਚਨ ਬੋਲਦੇ ਆ, ਕਈ ਨਿੰਦਿਆ ਕਰਦੇ ਆ, ਚੁਗਲੀ ਕਰਦੇ ਆ, ਕਿਸੇ ਨੂੰ ਕੌੜਾ ਬੋਲਦੇ ਆ, ਦੁਖਦਾਇਕ ਬੋਲਦੇ ਆ, ਝਗੜਾ ਪਾਉਂਦੇ ਆ। ਕਹਿੰਦੇ ਨਹੀਂ ਵੀ ਗੁਰਮੁਖਾਂ ਦਾ ਇਹ ਸੁਭਾਅ ਨਹੀਂ। ਗੁਰਮੁਖ ਤਾਂ ਅੰਮ੍ਰਿਤ ਕਰਨ ਵਾਲੀ ਮਹਾਰਾਜ ਦੀ ਅੰਮ੍ਰਿਤ ਰੂਪ ਬਾਣੀ ਰਸਨਾ ਤੋਂ ਬੋਲਦੇ, ਗੁਰਸਨਾ ਅੰਮ੍ਰਿਤ ਬੋਲਦੀ, ਹਰਨਾਮ ਸੁਹਾਵੀ। ਜਿਨ੍ਹਾਂ ਸੁਣਾ ਸੁਣ ਸਿੱਖਾਂ ਗੁਰ ਮੰਨਿਆ ਤਿਨਾਂ ਭੁੱਖ ਸਭ ਜਾਵੀ। ਗੁਰਮੁਖ ਜਿਹੜੇ ਹਨ ਗੁਰੂ ਸਾਹਿਬ ਦੀ ਅਮਰ ਕਰਨ ਵਾਲੀ ਬਾਣੀ ਨੂੰ ਰਸਨਾ ਕਰਕੇ ਬੋਲਦੇ ਹਨ। ਸਭ ਆਤਮ ਰਾਮ ਪਛਾਣੀ, ਉਹਨਾਂ ਦਾ ਫੇਰ ਕਿਸੇ ਨਾਲ ਵੈਰ ਵਿਰੋਧ ਹੋਊ। ਕਹਿੰਦੇ ਨਹੀਂ ਸਾਰਿਆਂ ਦੀ ਆਤਮਾ ਜੋ ਤੁਰਿਆ ਪਦ ਦਾ ਲੱਖ ਅਰਥ ਰੂਪ, ਤੁੰਗ ਪਦ ਦਾ ਲੱਖ ਅਰਥ ਰੂਪ, ਜੋ ਸਾਖੀ ਰੂਪ ਹੈ ਤੇ ਜੋ ਤਤਪਦ ਦਾ ਲੱਖ ਅਰਥ ਰੂਪ, ਜੋ ਅਦਵੈਤ ਆਨੰਦ ਰੂਪ ਹੈ ਉਹ ਰਾਮ ਹੈ। ਸਾਰੇ ਬ੍ਰਹਮੰਡਾਂ ਦਾ ਮਾਲਕ ਰਾਮ, ਪਿੰਡਾਂ ਦਾ ਮਾਲਕ ਆਤਮਾ, ਸਾਰੇ 'ਚ ਕੋਈ ਬ੍ਰਹਮ ਆਤਮਾ ਸੱਚੇ ਆਨੰਦ ਰੂਪ ਨੂੰ ਪਛਾਣਿਆ ਹੈ ਉਹਨਾਂ ਨੇ। ਏਕੋ ਸੇਵਨ ਏਕ ਅਰਾਧ ਹੈ, ਇੱਕ ਵਾਹਿਗੁਰੂ ਦਾ ਹੀ ਉਹ ਸੇਵਨ ਸਰੀਰ ਕਰਕੇ ਭਜਨ ਕਰਦੇ ਆ ਅਤੇ ਇੱਕ ਨੂੰ ਮਨ ਕਰਕੇ ਰਾਧਦੇ ਆ, ਭਾਵਨਾ ਨਾਲ ਚੇਤੇ ਕਰਦੇ ਹਨ। ਗੁਰਮੁਖ ਅਕਥ ਕਹਾਣੀ, ਗੁਰਮੁਖਾਂ ਦੀ ਕਹਿਣ ਤੋਂ ਰਹਿਤ ਕਥਾ ਹੈ। ਉਹ ਵਾਹਿਗੁਰੂ ਦੇ ਸਰੂਪ 'ਚ ਲੀਨ ਹੁੰਦੇ ਆ। ਫਿਰ ਵਾਹਿਗੁਰੂ ਦੇ ਅਕਥ ਕਥਾ ਨੂੰ ਜੋ ਸ਼ਕਤੀ ਬਿਰਤੀ ਕਰਕੇ ਕਹੀ ਨਹੀਂ ਜਾਂਦੀ, ਲਖਣਾ ਬਿਰਤੀ ਦੁਆਰਾ ਜਿਗਿਆਸੂਆਂ ਦੇ ਹਿਰਦਿਆਂ 'ਚ ਵਸਾ ਦਿੰਦੇ ਆ। ਐਸੀ ਕਥਾ ਗੁਰਮੁਖ ਕਹਿੰਦੇ ਹਨ। ਸੱਚਾ ਸਾਹਿਬ ਸੇਵੀਐ, ਇਹ ਭਾਈ ਉਹ ਸੱਚਾ ਸਾਹਿਬ ਮਾਇਆ ਬਿਰਤੀ ਦੁਆਰਾ ਸਾਹਿਬ ਹੈ, ਉਸ ਪਰਮੇਸ਼ਰ ਦਾ ਸੇਵਨ ਕਰੀਏ। ਗੁਰਮੁਖ ਵਸੈ ਮਨ ਆਏ, ਗੁਰਮੁਖਾਂ ਦੀ ਸੰਗਤ ਕਰਕੇ ਮਨ 'ਚ ਆ ਕੇ ਵਸਦਾ ਹੈ। ਸਦਾ ਰੰਗ ਰਾਤੇ ਸੱਚ ਸਿਉ, ਜਿਹੜੇ ਭਾਈ ਸਦਾ ਪ੍ਰੇਮ ਰੰਗ 'ਚ ਰਤੇ ਹੈ ਨਾ ਸੱਚੇ ਨਾਮ ਦੇ ਸਾਥ, ਆਪਣੀ ਕਿਰਪਾ ਕਰੇ ਮਿਲਾ, ਉਹਨਾਂ ਦੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਕੇ ਆਪ ਦੇ ਨਾਲ ਮੇਲ ਲੈਂਦਾ ਹੈ। ਆਪੇ ਕਰੇ ਕਰਾਏ ਆਪੇ, ਉੱਥੇ ਗੁਰਮੁਖਾਂ ਦੀ ਨਿਗਾਹ ਵਿੱਚ ਕਰਨ ਵਾਲਾ ਵੀ ਪੈਦਾ ਆਪ ਹੈ, ਕਰਾਉਣ ਵਾਲਾ ਵੀ ਪਾਲਣਾ ਆਪ ਹੈ।
ਪੱਲੋਂ ਕਰਨ ਵਾਲਾ ਵੀ ਆਪ ਹੈ। ਇਕ ਨਾ ਸੁਤਿਆਂ ਦੇ ਆਪ ਜਗਾਏ ਹੀ ਸਤਿਗੁਰੂ ਹੋ ਕੇ ਉਪਦੇਸ਼ ਕਰਦਾ ਹੈ, ਆਪ ਹੀ ਸਿੱਖਾਂ ਦੇ ਪਾਸੋਂ ਮੰਨਣ ਕਰਾਉਂਦਾ ਹੈ, ਆਪ ਹੀ ਨਿਧਿਆਸਨ ਕਰਾਉਂਦਾ ਹੈ। ਇੱਕ ਜਿਹੜੇ ਅਵਿਦਿਆ ਦੀ ਨੀਂਦ ਸੁੱਤੇ ਪਏ ਹੈ ਉਹਨਾਂ ਨੂੰ ਗਿਆਨ ਅਵਸਥਾ 'ਚ ਜਗਾ ਦਿੰਦੇ ਆ ਮਹਾਰਾਜ ਸਾਹਿਬ ਜੀ। ਆਪੇ ਮੇਲ ਮਿਲਾਇਦਾ ਆਪਣੇ ਸਰੂਪ ਦੇ ਮੇਲ 'ਚ ਗੁਰਾਂ ਦੁਆਰਾ ਮੇਲ ਮਿਲਾ ਲੈਂਦਾ ਹੈ। ਨਾਨਕ ਸ਼ਬਦ ਇਹਨਾਂ ਨੂੰ ਸਮਾਏ ਮੇਲ ਦਾ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਗੁਰੂ ਸਾਹਿਬ ਦੇ ਸ਼ਬਦ 'ਚ ਲੀਨ ਹੋ ਜਾਂਦੇ ਹੈ, ਵਾਹਿਗੁਰੂ ਦੇ ਸ਼ਬਦ 'ਚ ਅਭੇਦ ਹੁੰਦੇ ਹਨ। ਸ੍ਰੀ ਰਾਗ ਮਹੱਲਾ ਤੀਜਾ ਸਤਿਗੁਰ ਸੇਵਿਐ ਮਨ ਨਿਰਮਲਾ ਸੱਚੇ ਪਾਤਸ਼ਾਹ ਜੀ ਮਨ ਸੁੱਧ ਕਿਵੇਂ ਹੁੰਦਾ ਹੈ? ਮਹਾਰਾਜ ਕਹਿੰਦੇ ਨੇ ਸਤਿਗੁਰਾਂ ਦੀ ਸੇਵਾ ਕਰਨੇ ਕਰਕੇ ਭਾਈ ਮਨ ਨਿਰਮਲ ਹੁੰਦਾ ਹੈ। 12 ਸਾਲ ਗੁਰੂ ਮਹਾਰਾਜ ਸਾਹਿਬ ਜਲ ਭਰਦੇ ਰਹੇ ਹਨ। ਬਿਆਸਾ ਚੋਂ ਲਿਆ ਕੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਦਾ ਸਵਾ ਪਹਿਰ ਦੇ ਤੜਕੇ ਇਸ਼ਨਾਨ ਕਰਾਇਆ ਕਰਦੇ। ਇਸ ਪ੍ਰਕਾਰ ਫਿਰ ਲੰਗਰ ਦਾ ਪਾਣੀ ਢੋਂਦੇ ਰਹਿੰਦੇ, ਸੇਵਾ ਕਰਦੇ ਰਹਿੰਦੇ। ਇਉਂ ਭਾਈ ਸਤਿਗੁਰਾਂ ਦੀ ਸੇਵਾ ਕਰਨ ਨਾਲ ਮਨ ਸ਼ੁੱਧ ਹੋ ਜਾਂਦਾ ਹੈ। ਭੈ ਪਵਿੱਤ ਸਰੀਰ ਉਹ ਸਰੀਰ ਵੀ ਉਹਨਾਂ ਦੇ ਪਵਿੱਤਰ ਹੋ ਗਏ, ਮਨ ਵੀ ਸ਼ੁੱਧ ਹੋ ਗਏ ਵਿਕਾਰਾਂ ਵੱਲੋਂ, ਸਰੀਰ ਵੀ ਔਗੁਣਾਂ ਤੋਂ ਰਹਿਤ ਹੋ ਗਏ, ਏਡੇ ਪਵਿੱਤਰ ਹੋ ਗਏ। ਗੁਰੂ ਅਮਰਦਾਸ ਦੇ ਪਿਛਲਕੁਰੀ ਸਵਾ ਕੋ ਮਾਰਾ ਤੁਰਿਆ ਕਰਦੇ, ਖਡੂਰ ਸਾਹਿਬ ਤੋਂ ਗੁਰੂ ਸਾਹਿਬ ਦੇ ਦਰਬਾਰ ਵੱਲ ਕੰਢ ਨਹੀਂ ਸੀ ਕਰਦੇ। ਜਿਸ ਵੇਲੇ 3 ਮੀਲ ਤੁਰ ਕੇ ਮਹਾਰਾਜ ਜਾਂਦੇ, ਉੱਥੋਂ ਜਾ ਕੇ ਨਮਸਕਾਰ ਕਰਕੇ ਫਿਰ ਬਿਆਸਾ ਵੱਲ ਨੂੰ ਮੂੰਹ ਕਰਦੇ। ਉਹ ਦੌਨਵਾ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ, ਉੱਥੇ ਮਹਾਰਾਜ ਸਾਹਿਬ ਪਿਛਲਕੁਰੀ ਤੁਰੇ ਜਾਂਦੇ ਸੀ। ਹੋਰ ਸਿੱਖ ਵੀ ਨਾਲ ਸਨ। ਉਸ ਵਕਤ ਮਹਾਰਾਜ ਦੇ ਚਰਨਾਂ ਨਾਲ ਕਿਸੇ ਮੁਰਦੇ ਦੀ ਹੱਡੀ ਲੱਗ ਗਈ। ਉਹ ਹੱਡੀ ਲੱਗਣ ਨਾਲ ਉਹ ਜਿਹੜਾ ਨਰਕ 'ਚ ਪਿਆ ਸੀ ਉਹ ਜੂਨਾਂ ਤੋਂ ਛੁੱਟ ਕੇ ਮਹਾਰਾਜ ਸਾਹਮਣੇ ਆ ਕੇ ਚਤੁਰਭੁਜੀ ਵਿਸ਼ਨੂੰ ਦਾ ਰੂਪ ਧਾਰ ਕੇ ਆ ਖੜਾ ਹੋਇਆ ਕਿ ਮਹਾਰਾਜ ਤੁਹਾਡੇ ਚਰਨ ਛੂਹਣ ਨਾਲ ਮੈਂ ਮੁਕਤ ਹੋ ਗਿਆ, ਮੈਂ ਨਰਕ 'ਚੋਂ ਨਿਕਲ ਗਿਆ ਹਾਂ, ਆਪ ਨੇ ਮੇਰੇ ਤੇ ਮਿਹਰ ਕੀਤੀ ਹੈ। ਇਉਂ ਗੁਰੂ ਸਾਹਿਬ ਜੀ ਤਾਂ ਆਪ ਤਾਂ ਪਵਿੱਤਰ ਹੈ, ਉਹ ਹੋਰਨਾਂ ਸਰੀਰਾਂ ਨੂੰ ਪਵਿੱਤਰ ਕਰ ਦਿੰਦੇ ਹੈ। ਏਡੀ ਸ਼ੋਅ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਸਿਮਰਨ ਕਰਨ ਵਾਲਿਆਂ ਦੀ। ਭੈ ਪਵਿੱਤ ਸਰੀਰ ਸਰੀਰ ਵੀ ਔਗੁਣਾਂ ਵੱਲੋਂ ਪਵਿੱਤਰ ਹੋ ਗਏ ਹਨ। ਮਨ ਆਨੰਦ ਸਦਾ ਸੁਖ ਪਾਇਆ ਉਹਨਾਂ ਦੇ ਮਨ 'ਚ ਵਾਹਿਗੁਰੂ ਦਾ ਆਨੰਦ ਪ੍ਰਾਪਤ ਹੋ ਗਿਆ ਹੈ। ਉਸ ਆਨੰਦ ਸਰੂਪ ਨੂੰ ਪਾ ਕੇ ਸਦਾ ਰਹਿਣ ਵਾਲਾ ਸੁਖ ਆਤਮ ਆਨੰਦ ਪਾ ਲਿਆ ਹੈ ਉਹਨਾਂ ਨੇ। ਭੇਟਿਆ ਗਹਿਰ ਗੰਭੀਰ ਗਹਿਰ ਜੋ ਨਿਰਹਲ ਪਰਮੇਸ਼ਰ ਹੈ, ਗੰਭੀਰ ਜੋ ਡੂੰਘਾ ਹੈ, ਉਹ ਪਰਮੇਸ਼ਰ ਅਤੁੱਲਾ ਸਪਰਸ਼ ਮਿਲ ਗਿਆ ਹੈ। ਸੱਚੀ ਸੰਗਤ ਬੈਸਣਾ ਭਾਈ ਸੱਚੀ ਗੁਰਸਿੱਖਾਂ ਦੀ ਸੰਗਤ 'ਚ ਜੋ ਸੱਚ ਦੀ ਕਮਾਈ ਕਰਨ ਵਾਲੇ ਹੈ, ਸੱਚੀ ਜੀਵਨ ਵਾਲੀ ਸੰਗਤ ਹੈ ਜਿਨ੍ਹਾਂ ਦੀ, ਉਹਨਾਂ ਦੀ ਸੰਗਤ 'ਚ ਬਹਿਣਾ ਕਰਦੇ ਹੈ। ਕੂੜਾਰਾਂ ਦੇ ਪਾਸ ਨਹੀਂ ਬਹਿੰਦੇ ਹਨ। ਸੱਚ ਨਾਮ ਮਨ ਧੀਰ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹੈ, ਮਨ ਨੂੰ ਵਿਸ਼ਿਆਂ 'ਚ ਨਹੀਂ ਜਾਣ ਦਿੰਦੇ। ਧੀਰਜ ਦੇ ਨਾਲ ਮਨ ਨੂੰ ਪਕੜ ਲਿਆ। ਨੀਸ ਨੀਸ ਮਨ ਕੀਆ ਧੀਰਾ। ਇਸ ਪ੍ਰਕਾਰ ਮਸਾਂ ਮਸਾਂ ਇਸ ਮਨ ਨੂੰ ਸਮਝਾ ਕੇ ਜਿਵੇਂ ਅੜੀ ਵਾਲੇ ਘੋੜੇ ਨੂੰ ਵਿਸ਼ਕਾਰ ਕੇ ਚਾਲ ਪਾਈ ਦਾ, ਇਸ ਪ੍ਰਕਾਰ ਮਨ ਨੂੰ ਧੀਰਜਤਾ ਦੇ ਸਹਿਤ ਕਰ ਲਿਆ ਜਿਹੜਾ ਵਿਸ਼ਿਆਂ ਵੱਲ ਨੂੰ ਰਿਆ ਪਸ਼ੂਆਂ ਨੂੰ ਦੌੜਿਆ ਰਹਿੰਦਾ ਸੀ। ਮਨ ਰੇ ਸਤਿਗੁਰ ਸੇਵ ਨਿਸੰਗ हे ਮੇਰੇ ਪਿਆਰੇ ਮਨ, ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਕਰਿਆ ਕਰ। ਸ਼ੰਕਾ ਤੋਂ ਰਹਿਤ ਹੋ ਕੇ ਗੁਰੂ ਸਾਹਿਬ ਦੀ ਸੇਵਾ ਕਰਨ ਵੇਲੇ ਸੰਗਿਆ ਨਾ ਕਰ। ਜੁਲਾਹੀ ਨੇ ਮਹਾਰਾਜ ਨੂੰ ਕਿਹਾ ਸੀ ਅਮਰੂ ਨਿਥਾਵਾਂ ਹੋਣਾ। ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਤੂੰ ਕਮਲੀ ਹੈ, ਸਾਡੇ ਦਾ ਨਿਥਾਵੇਂ ਦਾ ਥਾਂ ਸਤਿਗੁਰੂ ਹੈ। ਉਦੋਂ ਹੀ ਜੁਲਾਹੀ ਕਮਲੀ ਹੋ ਗਈ। ਫਿਰ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਨੇ ਜਾ ਕੇ ਇਸ਼ਨਾਨ ਕਰਾਇਆ ਸਤਿਗੁਰੂ ਅੰਗਦ ਸਾਹਿਬ ਦਾ। ਜਦੋਂ ਇਸ਼ਨਾਨ ਕਰਕੇ ਮਹਾਰਾਜ ਬੈਠੇ ਸਮਾਧੀ 'ਚ, ਸਵੇਰੇ ਮਹਾਰਾਜ ਨੇ ਗੁਰੂ ਅਮਰਦਾਸ ਜੀ ਨੂੰ ਬੁਲਾ ਕੇ ਪੁਰਖਾ ਤੁਹਾਨੂੰ ਕੋਈ ਕੀ ਕਹਿੰਦਾ ਸੀ? ਮਹਾਰਾਜ ਮੈਨੂੰ ਕੀ ਕਹਿਣਾ ਸੀ? ਉਸ ਵੇਲੇ ਜੁਲਾਹਾ ਆਇਆ। ਜੁਲਾਹੀ ਨਿਆਣਿਆਂ ਨੂੰ ਪਾੜ ਕੇ ਖਾਈ ਜਾਵੇ, ਆਪਦੇ ਸਰੀਰ ਤੇ ਬੁਰਕੀਆਂ ਵੱਡੇ ਕਮਲੀ ਹੋਈ। ਜਦੋਂ ਗੁਰੂ ਅੰਗਦ ਸਾਹਿਬ ਦੇ ਦਰਸ਼ਨ ਕੀਤੇ ਫਿਰ ਰਾਜੀ ਹੋ ਗਈ। ਫਿਰ ਮਹਾਰਾਜ ਕਹਿਣ ਲੱਗੇ ਭਾਈ ਇਹ ਗੁਰੂ ਕਾ ਥਾਂ ਹੋ ਗਿਆ ਹੈ, ਇੱਥੇ ਗੁਰੂ ਅਮਰਦਾਸ ਜੀ ਲਈ ਆਉਂਦੇ ਗਾਗਰ ਇਹ ਕੀਲੇ ਨਾਲ ਅੱਡ ਕੇ ਤੁਹਾਡੀ ਕੁੰਮਲ ਦੇ ਵਿੱਚ ਡਿੱਗ ਪਏ ਸਨ। ਇਹ ਖੱਡੀ ਸਾਹਿਬ ਇਹ ਸਾਡਾ ਜੋਤੀ ਜੋ ਸਮਾਉਣ ਵਾਲਾ ਸਥਾਨ ਹੋਵੇਗਾ, ਤੁਹਾਨੂੰ ਅਸੀਂ ਜਿੰਨੇ ਪੈਸੇ ਮੰਗੋ ਦੇ ਦਿੰਦੇ ਹਾਂ, ਇੱਥੇ ਖਡੂਰ ਸਾਹਿਬ ਨਾ ਵਸੋ। ਸੁਣ ਕੇ ਜੁਲਾਹੇ ਨੇ ਮਹਾਰਾਜ ਦਾ ਹੁਕਮ ਮੰਨ ਕੇ ਜਿੰਨੇ ਸਤਿਗੁਰੂ ਜੀ ਨੇ ਪੈਸੇ ਉਹਨਾਂ ਨੂੰ ਮਨ ਭਾਉਂਦੇ ਮੰਗੇ ਦੇ ਦਿੱਤੇ। ਉਹ ਹੁਣ ਤੱਕ ਉਹ ਜੁਲਾਹੇ ਪਿੱਛੇ ਜੇ ਆਏ ਸਨ, ਉਹਨਾਂ ਨੇ ਉੱਥੇ ਪਾਣੀ ਨਹੀਂ ਪੀਤਾ। ਕਹਿੰਦੇ ਗੁਰੂ ਸਾਹਿਬ ਦਾ ਸਾਨੂੰ ਹੁਕਮ ਨਹੀਂ ਇਸ ਪਿੰਡ ਦਾ ਪਾਣੀ ਪੀਣ ਦਾ, ਜੇ ਪੀਤਾ ਫੇਰ ਨਾ ਕਮਲੇ ਹੋ ਜਾਈਏ। ਇੰਨਾ ਭੈ ਕਰਦੇ ਹਨ ਸਾਧ ਸੰਗਤ ਜੀ। ਇਸ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਰੇ ਸਤਿਗੁਰ ਸੇਵ ਨਿਸੰਗ ਸਤਿਗੁਰੂ ਸਾਹਿਬ ਦੀ ਸੇਵਾ ਕਰਨ ਦੇ ਕੋਈ ਨਿਥਾਵਾਂ ਕਹੀ ਜਾਏ, ਕੁਛ ਕਹੀ ਜਾਏ,
ਸ਼ੰਕਾ ਤੋਂ ਰਹਿਤ ਹੋ ਕੇ ਸੇਵਾ ਕਰੇ ਮਨਾ। ਸਤਿਗੁਰ ਸੇਵਿਐ ਹਰ ਮਨ ਵਸੈ, ਸਤਿਗੁਰੂ ਸਾਹਿਬ ਦੀ ਸੇਵਾ ਕਰਕੇ ਵਾਹਿਗੁਰੂ ਮਨ ਚ ਵਸ ਜਾਂਦਾ ਹੈ। ਲੱਗੈ ਨਾ ਮੈਲ ਪਤੰਗ, ਫਿਰ ਉਹਨਾਂ ਦੇ ਪਤੰਗ ਸਰੀਰ ਨੂੰ ਮੈਲ ਨਹੀਂ ਲੱਗਦੀ, ਅਤੇ ਪਤੰਗ ਸਰੀਰ ਦੇ ਮਾਨ ਦੀ ਮੈਲ ਨਹੀਂ ਲੱਗਦੀ, ਪਤੰਗ ਨੂੰ ਕਦਰਾ ਮਾਤਰ ਮੈਲ ਨਹੀਂ ਲੱਗਦੀ। ਪਤੰਗ ਸੂਰਜ ਵਾਂਗੂ ਚਮਕੀਲੇ ਜੀਵਨ ਵਾਲੇ ਹੋ ਜਾਂਦੇ ਐ, ਮੈਲ ਨਹੀਂ ਉਕਾਈ ਲੱਗਦੀ ਹੈ। ਰਹਾਉ ਸੱਚੈ ਸ਼ਬਦ ਪਤ ਊਪਜੈ, ਸੱਚੇ ਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਨੇ ਕਰਕੇ ਪਰਮੇਸ਼ਰ ਪਤੀ ਦੀ ਪ੍ਰਾਪਤੀ ਦਾ ਗਿਆਨ ਪੈਦਾ ਹੁੰਦਾ ਹੈ, ਪ੍ਰਤਿਸ਼ਠਾ ਉਪਜਦੀ ਹੈ, ਪ੍ਰਗਟ ਹੁੰਦੀ ਹੈ। ਸੱਚੇ ਸੱਚਾ ਨਾਮ, ਸੱਚੇ ਪੁਰਸ਼ ਹਨ ਉਹ ਜਿਹੜੇ ਸੱਚੇ ਪਾਤਸ਼ਾਹ ਦਾ ਨਾਮ ਜਪਦੇ ਹਨ। ਜਿਨੀ ਹਉਮੈ ਮਾਰ ਪਛਾਣਿਆ, ਜਿਨ੍ਹਾਂ ਨੇ ਦੇਹ ਦੀ ਹੰਗਤਾ ਨੂੰ ਮਾਰ ਕੇ ਵਾਹਿਗੁਰੂ ਦੇ ਸਰੂਪ ਨੂੰ ਪਛਾਣ ਲਿਆ ਹੈ, ਜੋਤੀ ਸਰੂਪ। ਹਉ ਤਿਨ ਬਲਿਹਾਰੈ ਜਾ, ਉਹਨਾਂ ਤੋਂ ਅਸੀਂ ਮਹਾਰਾਜ ਕਹਿੰਦੇ ਬਲਿਹਾਰ ਕੁਰਬਾਨ ਜਾਣੇ ਹਾਂ। ਮਨਮੁਖ ਸੱਚ ਨਾ ਜਾਣ, ਜਿਹੜੇ ਮਨਮੁਖ ਲੋਕ ਆ ਉਹ ਸੱਚੇ ਨਾਮ ਨੂੰ ਕਈ ਨਹੀਂ ਜਾਣਦੇ, ਤਿਨ ਉਹ ਤਾਂ ਠੌਰ ਕੂੜ ਬੋਲ ਬੋਲ ਕੇ ਖਾਂਦੇ ਹਨ। ਤਿਨ ਠੌਰ ਨਾ ਕਤਹੂ ਥਾ, ਉਹਨਾਂ ਨੂੰ ਨਾ ਦਰਗਾਹ 'ਚ ਥਾਂ ਹੈ, ਨਾ ਕਿਤੇ ਸਾਧ ਸੰਗਤ ਜੀ ਮਨੁੱਖਾ ਜਨ ਫੇਰ ਮਿਲਦਾ ਹੈ, ਨਾ ਸਾਧ ਸੰਗਤ 'ਚ ਉਹਨਾਂ ਨੂੰ ਥਾਂ ਹੈ। ਠਹਿਰਨ ਨੂੰ ਕਿਤੇ ਵੀ ਥਾਂ ਨਹੀਂ, ਲੋਕ ਪਰਲੋਕ ਵਿੱਚ ਟੇਢੀਆਂ ਜੁਨਾਂ 'ਚ ਬਿਸ਼ਟਾ ਦੇ ਕੀੜੇ ਬਣਦੇ ਹਨ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਨਾਮ ਦਾ ਜਿਹੜਾ ਸਰਵਣ ਕਰਨਾ ਹੈ, ਇਹੋ ਹੀ ਖੁਰਾਕ ਖਾਣੀ ਚਾਹੀਦੀ ਹੈ। ਸੱਚੇ ਨਾਮ ਦਾ ਜਿਹੜਾ ਮੰਨਣ ਕਰਨਾ ਹੈ, ਇਹ ਪਹਿਨਣਾ ਚਾਹੀਦਾ ਹੈ। ਪਹਿਨਣਾ ਰਖ ਪਦ ਪਰਮੇਸ਼ਰ, ਫਿਰ ਨਾਂਗੇ ਨਾਹੀ ਥੀਵਣਾ, ਖਾਵਣਾ ਜਿਨ ਮਨ ਅਗਾਵੇ, ਸੰਤੋਖ ਸਦਾ ਤ੍ਰਿਪਤੀਵਣਾ। ਸੰਤੋਖ ਦੀ ਖੁਰਾਕ ਹੈ ਅਤੇ ਪਹਿਨਣਾ ਹੈ ਜਿਵੇਂ ਪਰਮੇਸ਼ਰ ਪਤ ਰੱਖੇ। ਬੇਸਵਾ ਦੇ ਥੋੜੇ ਲੀੜੇ ਚੰਗੇ ਹੁੰਦੇ ਹੈ, ਉਹ ਕੋਈ ਉਹ ਪਤਿਬਰਤਾ ਥੋੜੋ ਬਣ ਚੱਲੀਏ। ਇਸ ਕਰਕੇ ਪਰਮੇਸ਼ਰ ਦੇ ਨਾਮ ਦਾ ਜਿਹੜਾ ਮੰਨਣ ਕਰਨਾ ਹੈ, ਉਹ ਪਹਿਨਣਾ ਚੰਗਾ ਹੈ। ਸ੍ਰੀ ਰਾਗ ਮਹੱਲਾ ਪੰਜਵਾ, ਘਰ ਪੰਜਵਾ। ਜਾਨੋ ਨਹੀਂ ਭਾਵੈ ਕਵਨ ਬਾਤਾ, ਸਿੱਖ ਨੇ ਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਦੇ ਪਾਸ ਆ ਕੇ ਪ੍ਰਸ਼ਨ ਕੀਤਾ ਕਿ ਹੇ ਸਤਿਗੁਰੂ, ਜਿਗਿਆਸੂ ਸੀ ਮੈਂ, ਮਹਾਰਾਜ ਜਾਣਦਾ ਨਹੀਂ ਹਾਂ ਕਿ ਪਰਮੇਸ਼ਰ ਨੂੰ ਕਿਹੜੀ ਗੱਲ ਭਾਉਂਦੀ ਹੈ, ਕਿਹੜੇ ਸਾਧਨ ਕਰਕੇ ਪਰਮੇਸ਼ਰ ਨੂੰ ਮੈਂ ਭਾ ਜਾਵਾਂ, ਮੈਂ ਕਿਹੜਾ ਸਾਧਨ ਕਰਾਂ, ਮੈਨੂੰ ਇਸ ਗੱਲ ਦੀ ਸਮਝ ਨਹੀਂ, ਕਿਰਪਾ ਕਰਕੇ ਦੱਸੋ ਸੱਚੇ ਪਾਤਸ਼ਾਹ। ਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਹਨ, ਮਨ ਖੋਜ ਮਾਰਗ, ਇਹ ਭਾਈ ਉਸ ਵਾਹਿਗੁਰੂ ਦਾ ਮਨ ਵਿੱਚ ਮਾਰਗ ਖੋਜ। ਮਨ ਮੈਂ ਆ ਮਨ ਆਪਣੇ ਮਾਂ ਹੈ, ਸਾਰਿਆਂ ਦੇ ਮਨ ਵਿੱਚ ਉਹ ਪਰਮੇਸ਼ਰ ਨਿਵਾਸ ਕਰਦਾ ਹੈ। ਇਹ ਮਨ ਹੀ ਹੈ ਉਹਦੇ ਰਸਤਾ ਭਾਲਣ ਦਾ, ਮਨ ਦੁਆਰਾ ਉਸ ਪਰਮੇਸ਼ਰ ਦੇ ਮਾਰਗ ਨੂੰ ਖੋਜਣਾ ਕਰ। ਰਹਾਉ ਧਿਆਨੀ ਧਿਆਨ ਲਾਭ ਹੈ, ਤਾਂ ਸਿੱਖ ਵੱਲੋਂ ਪ੍ਰਸ਼ਨ ਹੈ, ਹੇ ਗਰੀਬ ਨਵਾਜ ਜੀ, ਜਿਹੜੇ ਧਿਆਨੀ ਲੋਕ ਆ ਤਰਾਟਕ ਸਾਧ ਕੇ ਲੋਕਾਂ ਤੇ ਇਸ ਪ੍ਰਕਾਰ ਕਿਸੇ ਕਾਲੀ ਚੀਜ਼ ਵੱਲ ਝਾਕਦੇ ਰਹਿੰਦੇ ਹੈ। ਜਦੋਂ ਕਾਲੀ ਚੀਜ਼ ਚਿੱਟੇ ਕਾਗਜ਼ ਵਾਂਗੂ ਪ੍ਰਤੀਤ ਹੋਣ ਲੱਗ ਜੇ, ਉਦੋਂ ਕੀੜੀ ਤੇ ਨਿਗਾਹ ਟਿਕਾਉਣ ਲੱਗ ਜਾਂਦੇ। ਕੀੜੀ ਜੇ ਫੁਰਨਾ ਕਰਨ ਵਿੱਚ ਹਿੱਲੇ ਨਾ ਹਿੱਲ ਨਹੀਂ ਸਕਦੀ, ਫਿਰ ਉਹ ਦੁਨੀਆਂ ਲੋਕਾਂ ਤੇ ਅਸਰ ਪਾਉਣ ਲੱਗ ਜਾਂਦੇ ਹੈ। ਜਿਹਦੇ ਤੇ ਝਾਕਦੇ ਹੈ, ਨਰਮ ਦਿਲ ਵਾਲੇ ਦੇ ਚਿੱਤ ਨੂੰ ਸਾਧ ਸੰਗਤ ਜੀ ਕਮਜ਼ੋਰ ਕਰਕੇ ਉਹਨੂੰ ਆਪਦੇ ਕਬਜ਼ੇ ਕਰ ਲੈਂਦੇ ਹੈ। ਇਉਂ ਉਹ ਧਿਆਨ ਦੇ ਨਾਲ ਤਰਾਟਕ ਦੇ ਨਾਲ ਲੋਕਾਂ ਨੂੰ ਵਸ ਕਰ ਲੈਂਦੇ ਹੈ, ਉਹਨਾਂ ਨੂੰ ਜੋ ਮਨਾਉਣਾ ਚਾਹੁਣ ਮਨਾ ਲੈਂਦੇ ਹੈ। ਇਉਂ ਅੱਖਾਂ ਵਿੱਚ ਐਡੀ ਤਾਕਤ ਉਹਨਾਂ ਦੇ ਹੋ ਜਾਂਦੀ ਹੈ। ਇਉਂ ਮਹਾਰਾਜ ਕਈ ਧਿਆਨੀ ਲੋਕ ਇਸੇ ਪ੍ਰਕਾਰ ਪਤੰਜਲੀ ਲੋਕ ਹਨ, ਉਹ ਮਹਾਰਾਜ ਧਿਆਨ ਲਾਉਂਦੇ ਹਨ। ਆਓ ਮਹਾਰਾਜ ਗਿਆਨੀ ਗੁਰਦੇਵ ਸਿੰਘ। ਧਿਆਨੀ ਧਿਆਨ ਲਾਭ ਹੈ, ਇਸ ਪ੍ਰਕਾਰ ਧਿਆਨੀ ਜਿਹੜੇ ਪਤੰਜਲੀ ਹਨ, ਉਹ ਧਿਆਨ ਲਾਉਂਦੇ ਹਨ। ਚਿੱਤ ਦੀ ਬਿਰਤੀ ਨੂੰ ਨਿਰੋਧ ਕਰਨਾ ਧਿਆਨ ਸਮਝਦੇ ਹਨ। ਪ੍ਰਮਾਣ ਪਰਜੇ ਨਿੰਦਾ ਸਿਮਰਤੀ ਵਿਕਲਪ ਆਦਿਕ 5 ਪ੍ਰਕਾਰ ਦੀਆਂ ਬਿਰਤੀਆਂ ਨੂੰ ਰੋਕ ਲੈਣ ਦਾ ਨਾਮ ਉਹ ਨਿਰੋਧ ਸਮਝਦੇ ਹੈ। 5 ਪ੍ਰਕਾਰ ਦੀਆਂ ਬਿਰਤੀਆਂ ਦਾ ਨਿਰੋਧ ਕਰਨਾ ਇਹਦਾ ਨਾਮ ਯੋਗ ਹੈ। ਯੋਗਾ ਚਿੱਤ ਬਿਰਤੀ ਨਿਰੋਧਾ। ਇਸ ਪ੍ਰਕਾਰ ਧਿਆਨੀ ਪਤੰਜਲੀ ਲੋਕ ਉਹ ਧਿਆਨ ਦੇ ਤਾਂ ਹੀ ਲਾਉਂਦੇ ਹਨ। ਗਿਆਨੀ ਗਿਆਨ ਕਮਾਵ ਅਤੇ ਹੈ, ਗਿਆਨੀ ਜਿਹੜੇ ਸਾਂਖੀ ਲੋਕ ਹੈ, ਉਹ ਤੱਤਾਂ ਦੇ ਗਿਆਨ ਨੂੰ ਮਾਰਾ ਕਮਾਈ ਜਾਂਦੇ ਹੈ। ਉਹ ਕਹਿੰਦੇ 25 ਪ੍ਰਕਿਰਤੀਆਂ ਦੀ ਵਿਚਾਰ ਕਰਨੀ ਚਾਹੀਦੀ ਹੈ। ਇਹ ਪਾਣੀ ਇਸੇ ਪ੍ਰਕਾਰ ਪਾਣੀ ਦੀਆਂ ਖਿਲਤਾਂ ਹਨਗੀਆਂ, ਇਸੇ ਪ੍ਰਕਾਰ 5 ਪਾਉਣ ਦੀਆਂ, ਪਸਰਨਾ, ਦੌੜਨਾ, ਸੰਕੋਚਣਾ, ਧੌਣਾ ਇਤਿਆਦਿਕ ਇਹ ਜਿਹੜੀਆਂ ਪ੍ਰਕਿਰਤੀਆਂ ਨੇ, ਇੱਕ ਤੱਤ ਦੀਆਂ 5 ਇਹ ਉਹ 25 ਪ੍ਰਕਿਰਤੀਆਂ ਦਾ ਗਿਆਨ ਨੂੰ ਹੀ 25 ਪ੍ਰਕਿਰਤੀਆਂ ਦੇ ਗਿਆਨ ਨੂੰ ਹੀ ਗਿਆਨੀ ਸਾਂਖੀ ਲੋਕ ਗਿਆਨ ਸਮਝਦੇ ਹੈ। ਇਸ ਗਿਆਨ ਨੂੰ ਕਮਾਉਣਾ 25 ਪ੍ਰਕਿਰਤੀਆਂ ਦੀ ਨਿਰਣੇ ਕਰਨ ਦਾ ਨਾਮ ਗਿਆਨ ਸਮਝੀ ਬੈਠੇ ਹੈ। ਕਹਿੰਦੇ ਗਿਆਨ ਕਮਾਉਣਾ ਚਾਹੀਦਾ ਹੈ। ਪ੍ਰਭ ਕਿਨਹੀ ਜਾਤਾ, ਇਹ ਸਤਿਗੁਰੂ ਮੈਨੂੰ ਇਹ ਦੱਸੋ, ਇਹ ਧਿਆਨੀਆਂ ਚੋਂ ਧਿਆਨੀਆਂ ਨੇ ਪ੍ਰਭੂ ਨੂੰ ਜਾਣਿਆ ਕਿ ਗਿਆਨੀਆਂ ਚੋਂ ਗਿਆਨ ਵਾਲਿਆਂ ਨੂੰ ਜਾਣਿਆ? ਕਿਸ ਨੇ ਪ੍ਰਭੂ ਨੂੰ ਜਾਣਿਆ? ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਭਾਈ ਕਿਸੇ ਨਹੀਂ,
ਜਿਨ੍ਹਾਂ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਉਸੇ ਨੇ ਵਾਹਿਗੁਰੂ ਨੂੰ ਜਾਣਿਆ। ਸਭ ਨਹੀਂ ਕੋਈ ਜਾਣ ਸਕਦੇ। ਧਿਆਨੀ ਧਿਆਨ ਲਾ ਕੇ ਪਦਾਰਥ ਹੀ ਵੇਖਦੇ ਰਹਿੰਦੇ ਹੈ। ਗਿਆਨੀ ਦੁਨੀਆ ਦੇ ਪਦਾਰਥਕ ਨਿਰਣੇ, ਸਾਇੰਸ ਵਿਦਿਆ ਵਾਲੇ ਸਾਇੰਸ ਦੇ ਨਿਰਣੇ ਕਰਦੇ ਰਹਿੰਦੇ ਹੈ ਅਤੇ ਪਦਾਰਥ ਗਿਆਨ ਵਾਲੇ ਪਦਾਰਥਾਂ ਦੇ ਨਿਰਣੇ ਕਰਨ 'ਚ ਲੱਗੇ ਰਹਿੰਦੇ ਹੈ। ਕਿਸੇ ਕਿਸੇ ਨੇ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ। ਭਗਉਤੀ ਰਹਿਤ ਜੁਗਤਾ। ਫਿਰ ਮਹਾਰਾਜ ਜਿਹੜੇ ਭਗਉਤੀਏ ਰਾਸ ਧਾਰੀਏ ਹੈ, ਉਹ ਕਹਿੰਦੇ ਕ੍ਰਿਸ਼ਨ ਦੇ ਸਾਂਗ ਬਣਾ ਬਣਾ ਕੇ, ਰਾਮਚੰਦਰ ਦੇ ਸਾਂਗ ਬਣਾ ਕੇ, ਸੀਤਾ ਦੇ ਲక్ష్మణ ਦੇ ਸਾਂਗ ਬਣਾ ਕੇ, ਰਾਧਿਕਾ ਦੇ ਸਾਂਗ ਬਣਾ ਕੇ, ਬਲਭਦਰ ਦੇ ਸਾਂਗ ਬਣਾ ਕੇ ਨਿਰਤਕਾਰੀ ਕਰਨੀ ਚਾਹੀਦੀ ਹੈ। ਉਹ ਮਹਾਰਾਜ ਭਗਉਤੀ ਜਿਹੜੇ ਭਗਤੀਏ ਰਾਸ ਧਾਰੀਏ ਹੈ, ਉਹ ਰਾਸ ਪਾਉਣ 'ਚ ਜੁੜੇ ਰਹਿੰਦੇ ਆ। ਸੱਚੇ ਪਾਤਸ਼ਾਹ ਉਹ ਰਾਸ ਪਾਉਣ ਦੇ ਨਾਲ ਹੀ ਰੱਬ ਦੀ ਪ੍ਰਾਪਤੀ ਸਮਝਦੇ ਹੈ। ਕੀ ਮਹਾਰਾਜ ਰਾਸ ਪਾਉਣ ਨਾਲ ਹੀ ਪਰਮੇਸ਼ਰ ਮਿਲ ਜਾਂਦਾ ਹੈ। ਇਸ ਪ੍ਰਕਾਰ ਭਗਤੀਏ ਭਾਈ ਗੁਰਦਾਸ ਜੀ ਨੇ ਭਗਤੀਆਂ ਪਾਈ ਭਗਤਿਆਨ ਲੋਟੇ ਅੰਦਰ ਸੁਰਤ ਗਵਾਈ। ਇਸ ਪ੍ਰਕਾਰ ਸਾਧ ਸੰਗਤ ਜੀ ਭਗਉਤੀ ਰਾਸਧਾਰੀਆਂ ਦਾ ਨਾਮ ਵੀ ਹੈ। ਭਗਉਤੀ ਇੱਕ ਪੰਥ ਵੀ ਹੈ। ਭਾਗਵਤੀ ਦੇ ਉਪਾਸ਼ਕ ਹਨਗੇ, ਉਹ ਦੇਵੀ ਦੇ ਉਪਾਸ਼ਕ ਹਨ। ਦੇਵੀਆਂ ਦੇ ਆਕਾਰ ਬਣਾ ਬਣਾ ਕੇ ਨਿਰਤਕਾਰੀ ਕਰਦੇ ਹੈ ਦੇਵ ਨੂੰ ਪ੍ਰਸੰਨ ਕਰਨ ਵਾਸਤੇ। ਕਮੱਖਿਆ ਦੇਵੀ ਦੇ ਜਿਹੜੇ ਚਾਲੇ ਜਾਂਦੇ ਉਹ ਵੀ ਭਗਉਤੀ ਕਹਾਉਂਦੇ ਹੈ। ਇੱਕ ਭਗਉਤੀ ਭਗਵੇਂ ਲੀੜੇ ਪਾਉਣੇ ਕਰਕੇ ਭਗਉਤੀ ਕਹਾਉਂਦੇ ਹਨ। ਇੱਕ ਪਾਰਵਤੀ ਦੇ ਚਰਨਾਮਤ ਨੂੰ ਲੈਣ ਵਾਲੇ ਭਗਉਤੀ ਕਹਾਉਂਦੇ ਹਨ। ਇੱਕ ਭਗਉਤੀਏ ਰਾਸ ਧਾਰੀਏ ਹਨ। ਇਸ ਪ੍ਰਕਾਰ ਭਗਉਤੀ ਲੋਕ ਜਿਹੜੇ ਹੈ ਉਹ ਕਹਿੰਦੇ ਭਗਤੀ ਦੀ ਜੁਗਤੀ 'ਚ ਜੁੜੇ ਰਹਿਣਾ ਚਾਹੀਦਾ ਹੈ। ਭਗਉਤੀ ਨਾਮ ਸਾਧ ਸੰਗਤ ਜੀ ਦੇਵੀ ਦਾ ਨਾਮ ਵੀ ਹੈ ਅਤੇ ਭਗਉਤੀ ਨਾਮ ਭਗਵੰਤ ਦਾ ਨਾਮ ਵੀ ਹੈ। ਜਿਵੇਂ ਭਗਉਤੀ ਮੁੰਦਰਾ ਮਨ ਮੋਹਿਆ ਮਾਇਆ, ਇੱਥੇ ਭਗਉਤੀ ਭਾਈ ਕਾਹਨ ਸਿੰਘ ਗੁਰਮਤਿ ਸੁਧਾਕਰ ਵਿੱਚ ਭਗਵੰਤ ਦਾ ਨਾਮ ਲਿਖਿਆ ਹੈ। ਅਮਰਕੋਸ਼ ਵਾਲੇ ਨੇ 4 ਪਦ ਭਗਉਤੀ ਅਰਥ ਦੇ ਕੀਤੇ ਹਨ। ਉਹ ਕਹਿੰਦਾ ਭਗਉਤੀ ਨਾਮ ਸ਼ਕਤੀ ਦਾ ਹੈ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਭਗਉਤੀ ਦੇ ਅਰਥ ਕਿਤੇ ਲਈ ਭਗਉਤੀ ਦੁਰਗਸ਼ਾ। ਉੱਥੇ ਦੇਵੀ ਤਾਂ ਨਹੀਂ ਟੰਗਾਂ ਤੋਂ ਫੜੀ, ਭਗਉਤੀ ਸ੍ਰੀ ਸਾਹਿਬ ਦਾ ਨਾਮ ਹੈ। ਸ੍ਰੀ ਸਾਹਿਬ ਦੁਰਗਸ਼ਾ ਨੇ ਪਕੜੀ। ਇਸ ਪ੍ਰਕਾਰ ਭਗਉਤੀ ਨਾਮ ਕਿਰਪਾਨ ਦਾ ਹੈ। ਸ੍ਰੀ ਭਗਉਤੀ ਜੀ ਸਹਾਇ, ਇਹ ਕਿਰਪਾਨ ਦਾ ਵਾਚਕ, ਕਿਰਪਾਨ ਦੀ ਸਹਾਇਤਾ ਹੋਵੇ। ਵਾਰ ਸ੍ਰੀ ਭਗਉਤੀ ਜੀ ਕੀ, ਇਹ ਚੰਡੀ ਦਾ ਨਾਮ ਹੈ। ਅਤੇ ਪ੍ਰਥਮ ਭਗਉਤੀ ਸਿਮਰ ਕੇ ਅਕਾਲ ਪੁਰਖ ਦਾ ਨਾਮ ਹੈ, ਭਗਵੰਤ ਦਾ ਨਾਮ ਹੈ। ਭਗਵੰਤ ਜੋ ਹੈ ਉਹ ਇਸਤਰੀ ਲਿੰਗ ਕਰਕੇ, ਜੇ ਪੁਲਿੰਗ ਕਰਕੇ ਨਹੀਂ ਕਿਹਾ ਜਾ ਸਕਦਾ। ਅੰਗਾਂ ਤੋਂ ਰਹਿਤ ਹੈ। ਚੇਤਨ ਸੱਤਾ ਉਹਦੀ ਇਸਤਰੀ ਲਿੰਗ ਕਰਕੇ ਕਹਿ ਦਈਦੀ ਹੈ। ਉਹਦੇ ਪੁਲਿੰਗ ਰੂਪ ਕਰਕੇ ਅਕਾਲ ਸਰੂਪ ਆਦਿਕ ਪੁਲਿੰਗ ਸ਼ਬਦਾਂ ਕਰਕੇ ਵਰਤਿਆ ਜਾਂਦਾ ਹੈ। ਇਸ ਪ੍ਰਕਾਰ ਭਗਉਤੀ ਸ਼ਬਦ ਦੇ ਅਰਥ ਅਮਰਕੋਸ਼ ਵਾਲੇ ਨੇ 4 ਕੀਤੇ ਹਨ। ਇੱਕ ਭਗਵਤੀ ਅਤੇ ਇੱਕ ਸ੍ਰੀ ਸਾਹਿਬ ਅਤੇ ਇੱਕ ਭਗਵਤੀ ਛੰਦ ਹੈ ਤੇ ਇੱਕ ਸਾਧ ਸੰਗਤ ਜੀ ਭਗਉਤੀ ਭਗਵੰਤ ਦਾ ਨਾਮ ਹੈ। ਇਸ ਪ੍ਰਕਾਰ ਇੱਥੇ ਭਗਉਤੀ ਰਾਸ ਧਾਰੀਏ ਭਗਤੀਆਂ ਦਾ ਨਾਮ ਸਮਝਣਾ। ਭਗਉਤੀ ਰਹਿਤ ਜੁਗਤਾ। ਭਗਉਤੀਏ ਰਾਸ ਧਾਰੀਏ ਜਿਹੜੇ ਰਾਸ ਪਾਉਣ 'ਚ ਜੁਗਤਾ ਜੁੜੇ ਰਹਿੰਦੇ ਹਨ। ਜੋਗੀ ਕਹਿਤ ਮੁਕਤਾ। ਜੋਗੀ ਜਿਹੜੇ ਉਹ ਕਹਿੰਦੇ ਅਸੀਂ ਮੁਕਤ ਹੀ ਹੋਏ ਹਾਂ, ਯੋਗ ਸਾਧਨਾ ਕਰਕੇ ਮੁਕਤ ਹੋਏ ਹਾਂ। 10ਵੇਂ ਦਵਾਰ ਥਾਣੀ ਪ੍ਰਾਣ ਛੱਡ ਕੇ ਜਿਹੜਾ ਬਰਮ ਲੋਕ 'ਚ ਜਾ ਰਹਿਣਾ ਹੈ, ਇਸੇ ਗੱਲ ਦੀ ਮੁਕਤੀ ਸਮਝਦੇ ਆ ਯੋਗੀ ਲੋਕ। ਤਪਸੀ ਤਪ ਹੈ ਰਾਤਾ। ਜਿਹੜੇ ਤਪਸੀ ਲੋਕ ਧੂਣੀਆਂ ਤਾਉਂਦੇ ਰਹਿਣਾ, ਜਲ ਧਾਰਾ ਕਰਦੇ ਰਹਿਣਾ, ਵਰਤ ਆਦਿਕ ਰੱਖਦੇ ਰਹਿਣਾ, ਬਰਖਾ ਸਹਾਰਦੇ ਰਹਿਣਾ, ਇਤਿਆਦਿ ਕੋ ਤਪ ਵਿੱਚ ਹੀ ਰੰਗੇ ਰਹਿੰਦੇ ਹੈ। ਰਾਜਸੀ ਤਾਮਸੀ ਸ਼ਾਂਤ ਕੀ ਤਪਾਂ ਆਦਿਕਾਂ ਵਿੱਚ ਹੀ ਰੰਗੇ ਰਹਿੰਦੇ ਹਨ। ਮੋਨੀ ਮੋਨ ਧਾਰੀ। ਕਈ ਕਹਿੰਦੇ ਵੀ ਬੋਲਣਾ ਹੀ ਨਹੀਂ ਚਾਹੀਦਾ। ਜੇ 12 ਸਾਲ ਮੌਨ ਰੱਖੀਏ ਫਿਰ ਜਿਹੜਾ ਮੂੰਹੋਂ ਬੋਲੀਏ ਕਹਿੰਦੇ ਪੂਰਾ ਹੋ ਜਾਂਦਾ ਉਹਦਾ। ਇਸ ਪ੍ਰਕਾਰ ਮੋਨੀ ਲੋਕ ਜਿਹੜੇ ਹੈ ਉਹ ਮੌਨ ਨੂੰ ਹੀ ਧਾਰੀ ਰੱਖਦੇ ਹੈ। ਮੌਨ ਧਾਰ ਕੇ ਕਈ ਸਰੀਰ ਛੱਡ ਜਾਂਦੇ ਹੈ। ਇੱਕ ਮੋਨੀ ਹਜ਼ਾਰਾ ਸਿੰਘ ਹਜੂਰ ਸਾਹਿਬ ਸਾਡੇ ਨਾਲ ਗਿਆ ਸੀ, 8 ਸਾਲ ਮੌਨ ਰੱਖਿਆ। ਉਹਦੀ ਉਮਰ ਵਿਚਾਰੇ ਦੀ ਪੂਰੀ ਹੋ ਗਈ, ਪਹਿਲਾਂ ਹੀ ਗੁਜ਼ਰ ਗਿਆ, 12 ਸਾਲ ਪੂਰੇ ਨਾ ਹੋ ਸਕੇ। ਇਸੇ ਪ੍ਰਕਾਰ ਮੋਨੀ ਲੋਕ ਮੌਨ ਹੀ ਧਾਰਨ ਵਿੱਚ ਲੱਗੇ ਰਹਿੰਦੇ ਹਨ। ਗੁਰੂ ਕਲਗੀਧਰ ਨੇ ਕਿਹਾ ਇਸੇ ਪ੍ਰਕਾਰ ਤਰਵਰ ਸਦੀਵ ਸਾਧੇ ਮੋਨ ਹੀ ਰਹਿ ਤਾਂ ਬਿਰਸ਼ ਹਮੇਸ਼ਾ ਮੌਨ ਹੀ ਧਾਰੀ ਰੱਖਦੇ। ਜੇ ਮੌਨ ਧਾਰਨਾ ਮਿਲ ਜੇ, ਬਿਰਸ਼ ਕਿਹੜਾ ਬੋਲਦੇ ਹੈ। ਡਾਕਟਰਾਂ ਲੋਕਾਂ ਨੇ ਕਿਹਾ ਪੌਦੇ ਗੱਲਾਂ ਕਰਦੇ ਆਪੋ ਵਿੱਚ ਹੀ, ਪਰ ਬਿਰਸ਼ ਤਾਂ ਮੌਨ ਹੀ ਰਹਿੰਦੇ ਹਨ। ਇਸੇ ਪ੍ਰਕਾਰ ਮੌਨ ਹੀ ਧਾਰੀ ਰੱਖਦੇ ਹਨ। ਸੋ ਮੌਨ ਜਿਹੜਾ ਹੈ ਇਹਦੇ ਵਿੱਚ 4 ਪ੍ਰਕਾਰ ਦਾ ਮੌਨ ਮੰਨਿਆ ਹੈ। ਜਿਸ ਪ੍ਰਕਾਰ ਕਾਸ਼ਟ ਮੌਨ, ਗੁੰਗ ਮੌਨ, ਜੜ ਮੌਨ, ਗਿਆਨ ਮੌਨ। ਜਿਹੜਾ ਗਿਆਨ ਮੌਨ ਹੈ ਇਹ ਚੰਗਾ ਹੈ। ਸੋ ਜਿਸ ਵਿੱਚ ਕੋਈ ਵਿਖੇਪ ਨਾ ਹੋਵੇ ਤੇ
ਸਾਰੇ ਸਭ ਸੰਕਲਪ ਜੀ ਦੇ ਲੀਨ ਹੋ ਗਏ ਹੋਣ, ਇਉਂ ਸਾਰਿਆਂ 'ਚ ਪਰਮਾਤਮਾ ਪੂਰਨ ਜਾਣ ਕੇ ਮੋਹਨ ਧਾਰ ਲਈ ਹੋਵੇ। ਪਰ ਇਸ ਮੋਹਨ ਤੋਂ ਬਗੈਰ ਬਾਹਰਲੇ ਮੋਹਨ ਦਿਖਾ ਕੇ ਕਾਸ਼ਟ ਮੋਹਨ, ਗੁੰਗ ਮੋਹਨ ਆਦਿਕ, ਕਈਆਂ ਦੇ ਗੁੰਗਾ ਮੋਹਨ ਹੁੰਦਾ ਹੈ, ਉਹਨਾਂ ਦੀ ਜ਼ਬਾਨ ਹੀ ਥਥੜੀ ਹੁੰਦੀ ਹੈ, ਕਈ ਕਾਸ਼ਟ ਜੜ ਵਾਂਗੂ ਮੋਹਨ ਹੋਏ ਰਹਿੰਦੇ ਹਨਗੇ। ਇਸ ਪ੍ਰਕਾਰ ਕਈਆਂ ਨੂੰ ਵਿਦਵਾਨਾਂ ਅੱਗੇ ਗੱਲ ਨਹੀਂ ਆਉਂਦੀ, ਮੋਹਨ ਧਾਰੀ ਰੱਖਦੇ ਹਨ। ਇਸ ਪ੍ਰਕਾਰ ਦੇ ਮੋਹਨੀ ਲੋਕ ਜਿਹੜੇ ਹਨ ਸੰਨਿਆਸੀ ਮੋਹਨ ਧਾਰੀ, ਉਹ ਮੋਹਨ ਧਾਰਨ ਵਿੱਚ ਹੀ ਆਪ ਨੂੰ ਮੋਹਨੀ ਸਮਝਦੇ ਹਨ। ਸੰਨਿਆਸੀ ਬ੍ਰਹਮਚਾਰੀ ਸੰਨਿਆਸੀ ਜੋ ਹਨ ਦੱਤਾਤਰੇय ਦੇ ਮਤ ਦੇ ਆਸਰਾ ਲੈਣ ਵਾਲੇ, ਗਿਰੀ, ਪੁਰੀ, ਪਰਵਤੀ, ਭਾਰਤੀ ਆਦਿਕ, ਇਹ 10 ਨਾਮ ਸੰਨਿਆਸੀਆਂ ਦੇ ਹਨ। ਪੁਰੀ ਕਹਿੰਦੇ ਅਸੀਂ ਚੰਗੇ ਹੈ, ਗਿਰੀ ਕਹਿੰਦੇ ਅਸੀਂ ਚੰਗੇ ਹੈ। ਇਹ ਜਿੱਥੇ ਜਿੱਥੇ ਜਾ ਕੇ ਚੇਲੇ ਬਣਾਏ ਸੀ ਦੱਤਾਤਰੇय ਨੇ, ਉਹਨਾਂ ਥਾਵਾਂ ਦੇ ਨਾਮ ਕਰਕੇ ਭਾਰਤ ਜਿਹੜੇ ਮੁੰਨੇ ਸੀ ਚੇਲੇ ਉਹ ਭਾਰਤੀ ਬਣ ਗਏ, ਜਿਹੜੇ ਅਸਰਮਾਂ 'ਚ ਮੁੰਨੇ ਸੀ ਉਹ ਸਰਮੀ ਹੋ ਗਿਆ ਨਾਮ, ਜਿਹੜੇ ਪੁਰੀਆਂ 'ਚ ਮੁੰਨੇ ਸੀ ਪੁਰੀ ਹੋ ਗਏ, ਜਿਹੜੇ ਪਹਾੜਾਂ 'ਚ ਮੁੰਨੇ ਸੀ ਉਹ ਗਿਰੀ ਨਾਮ ਪੈ ਗਿਆ। ਇਹ 10 ਨਾਮ ਸੰਨਿਆਸੀਆਂ ਦੇ ਹੈ। ਸੰਨਿਆਸੀ ਕਹਿੰਦੇ ਆਸਾ ਵੱਲੋਂ ਸੁੰਨ ਹੋ ਜਾਣਾ ਸੰਨਿਆਸੀ ਹੈ। ਹਜੂਰ ਨੇ ਸੰਨਿਆਸ ਦੇ ਲੱਖਣ ਤਾਂ ਕੀਤੇ, ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੇ ਕਰ ਸਮਝੋ, ਮਨ ਹੀ ਮਾਹੇ ਉਦਾਸਾ, ਜਦ ਕੀ ਜਦਾਂ ਜੋ ਕੋ ਮਜਨ ਨੇਮ ਕੇ ਨਖਣ ਵਢਾਓ, ਗਿਆਨ ਗੁਰੂ ਆਤਮ ਉਪਦੇਸੋ ਧਿਆਨ ਭੂਤ ਲਗਾਓ। ਇਹੋ ਜਿਹਾ ਸੰਨਿਆਸੀ ਹੋਣਾ ਤਾਂ ਯੋਗ ਹੈ। ਪਰ ਲੋਕ ਸੰਨਿਆਸ ਦੱਤਾਤਰੇय ਦੇ ਮਤ ਅਨੁਸਾਰ ਆਪਣੇ ਆਪ ਨੂੰ ਸੰਨਿਆਸੀ ਕਹਾਉਂਦੇ ਹਨ। ਬ੍ਰਹਮਚਾਰੀ ਕਈ ਬ੍ਰਹਮਚਾਰੀ ਕਹਾਉਂਦੇ ਆ। 25 ਸਾਲ ਤੱਕ ਵਿਦਿਆ ਪੜ੍ਹਨੀ ਅਤੇ ਗ੍ਰਸਥ ਸ਼ਰਮ ਨਾ ਅੰਗੀਕਾਰ ਕਰਨਾ, ਉਹ ਬ੍ਰਹਮਚਾਰੀ ਆਪਣੇ ਆਪ ਨੂੰ ਕਹਾਉਂਦੇ ਆ। ਬ੍ਰਹਮਚਰਜ ਰੱਖਣਾ, ਜਤ ਰੱਖਣਾ। ਉਦਾਸੀ ਉਦਾਸ ਜੰਦ ਨਾ ਰਾਖੇ ਜਤੀ ਕਹਾਵੇ, ਮਾਈ ਮੰਗ ਤ੍ਰੈ ਲੋਭਾਵੇ। ਉਦਾਸੀ ਉਦਾਸ ਰਤ ਅਤੇ ਉਦਾਸੀ ਜਿਹੜੇ ਹੈ ਜੋ ਕਹਿੰਦੇ ਅਸੀਂ ਸਨਕ ਸੰਨਤ ਤੋਂ ਪੈਦਾ ਹੋਏ, ਜਦੋਂ ਗੁਰਦੁਆਰਿਆਂ ਦਾ ਰੌਲਾ ਪਿਆ ਸੀ ਉਸ ਵੇਲੇ ਇਹਨਾਂ ਨੇ ਕਹੇ ਸਨਕ ਸੰਨਤ ਤੋਂ ਪੈਦਾ ਹੋਏ ਹੈ। ਕਹਿੰਦੇ ਚੰਗਾ ਸਨਕ ਸੰਨਤ ਨੂੰ ਜਾ ਕੇ ਭਾਲ ਲਓ। ਸ਼ਿਵ ਸੰਕਾਦਿਕ ਭਏ ਉਦਾਸੀ, ਉਦਾਸੀ ਅਸੀਂ ਉੱਥੋਂ ਬਣੇ ਹੈ। ਇਹ ਸ੍ਰੀ ਚੰਦ ਜੀ ਤੋਂ ਨਹੀਂ ਸੀ ਮੰਨਦੇ, ਕਹਿੰਦੇ ਸ੍ਰੀ ਚੰਦ ਸਾਡੇ ਮੱਤ ਵਿੱਚ ਹੋਇਆ ਹੈ। ਇਹ ਉਦਾਸੀ ਉਦਾਸਤਾਈ ਦੇ ਵਿੱਚ ਰੰਗੇ ਰਹਿੰਦੇ ਹਨ, ਆਪਣੇ ਆਪ ਨੂੰ ਉਦਾਸ ਰਹਿਣੇ ਪਸੰਦ ਸਮਝਦੇ ਹਨ। ਭਗਤ ਨਵੇਂ ਪ੍ਰਕਾਰ, ਇਹ 9 ਪ੍ਰਕਾਰ ਦੇ ਭਗਤ ਗਿਣੇ ਆ ਜਿਹੜੇ। ਇਸ ਪ੍ਰਕਾਰ ਦੇ 9 ਪ੍ਰਕਾਰ ਦੇ ਭਗਤ ਕਹਾਉਂਦੇ ਆ, ਗਿਣ ਲਓ। ਧਿਆਨੀ 1, ਗਿਆਨੀ 2 ਤੇ ਭਗਉਤੀ 3, ਯੋਗੀ 4, ਤਪਸੀ 5, ਮੋਨੀ 6, ਸੰਨਿਆਸੀ 7, ਬ੍ਰਹਮਚਾਰੀ 8, ਉਦਾਸੀ 9। ਇਹ 9 ਪ੍ਰਕਾਰ ਦੇ ਭਗਤ ਆਪਣੇ ਆਪ ਨੂੰ ਕਹਾਉਂਦੇ ਹਨ। ਪੰਡਤ ਵੇਦ ਪੁਕਾਰਾ, ਭਗਤ ਨਾ ਵੈ ਪ੍ਰਕਾਰ ਆ, ਇਹ ਭਗਤੀ ਇਸ ਪ੍ਰਕਾਰ ਨਹੀਂ ਹੋ ਸਕਦੀ। ਮਹਾਰਾਜ ਕਹਿੰਦੇ ਹਨ ਪਾਠ ਤਾਂ ਨਵੇਂ ਪ੍ਰਕਾਰ ਹੀ ਕਰਨਾ, ਤੇ ਅਰਥ ਵਾਸਤੇ ਭਗਤੀ ਇਸ ਪ੍ਰਕਾਰ ਨਹੀਂ ਭਾਈ ਭਗਤੀ ਹੋ ਸਕਦੀ। ਪੰਡਤ ਵੇਦ ਪੁਕਾਰਾ, ਜਿਹੜੇ ਪੰਡਤ ਵਿਦਵਾਨ ਲੋਕ ਆ ਉਹ ਵੇਦਾਂ ਨੂੰ ਪੁਕਾਰੀ ਜਾਂਦੇ ਆ, ਕਹਿੰਦੇ ਵੇਦ ਪਾਠੀ ਹੋਣਾ ਚਾਹੀਦਾ ਹੈ। ਯਾਗਵਲ ਗ੍ਰਿਸ਼ੀ ਵੇਦ ਦਾ ਹੀ ਪਾਠ ਕਰਦਾ ਰਹਿੰਦਾ ਸੀ। ਨਾਰਦ ਮੁਨੀ ਮੇਰਾ ਇਹ ਯਾਗਵਲ ਕਿੰਨਾ ਕੁ ਚਿਰ ਵੇਦ ਪੜ੍ਹੀ ਜਾਏਗਾ? ਕਹਿੰਦਾ ਜਦੋਂ ਬਿਰਧ ਹੋ ਗਿਆ ਉਦੋਂ ਕਫ ਨਾਲ ਕੰਠ ਰੁਕ ਜਾਏਗਾ, ਉਦੋਂ ਕਿਵੇਂ ਕਰੇਗਾ? ਕਹਿੰਦਾ ਦਵਾਈਆਂ ਖਾ ਖਾ ਕੇ ਫੇਰ ਵੀ ਮੈਂ ਕੰਠ ਰੱਖੂੰਗਾ। ਇਉਂ ਪੜ੍ਹਨ ਦਾ ਹੀ ਯਾਗਵਲਕ ਦੇ ਅੰਦਰ ਇਹ ਖਿਆਲ ਸੀ ਕਿ ਮੈਂ ਵੇਦ ਦਾ ਪਾਠ ਕਰਦਾ ਰਹਾਂਗੇ। ਇਸ ਪ੍ਰਕਾਰ ਪੰਡਤ ਵੇਦ ਪੁਕਾਰਾ, ਵਿਦਵਾਨ ਲੋਕ ਵੇਦਾਂ ਦੇ ਪੁਕਾਰਨ ਵਿੱਚ ਲੱਗੇ ਰਹਿੰਦੇ ਹਨ। ਗ੍ਰਸਤੀ ਧਰਮਾਤਾ, ਗ੍ਰਸਤੀ ਜਿਹੜੇ ਆ ਗ੍ਰਸਤੀ ਪੁਣੇ ਦੇ ਧਰਮ ਨੂੰ ਅਤਿਅੰਤ ਵੱਡਾ ਮੰਨੀ ਬੈਠੇ ਹੈ ਕਿ ਸਾਡੇ ਵਰਗਾ ਕੋਈ ਨਹੀਂ, ਅਸੀਂ ਗ੍ਰਸਤੀ ਪ੍ਰਧਾਨ ਹੈ ਸਾਰਿਆਂ 'ਚ। ਇੱਕ ਗ੍ਰਹੀ ਸੇਵਕ ਸਾਧਕਾ ਗੁਰਮਤੀ ਲਾਗੇ, ਨਾਮਦਾਨ ਇਸ਼ਨਾਨ ਦੇ ਹਰ ਭਗਤ ਸੋ ਜਾਗੇ। ਜਿਹੜੇ ਤਾਂ ਇਸ ਪ੍ਰਕਾਰ ਨਿਮਰਤਾ ਵਾਲੇ ਹੈ ਉਹ ਤਾਂ ਮਹਾਰਾਜ ਸਾਨੂੰ ਸਾਰਿਆਂ ਭੇਖਾਂ ਦਾ ਮੁੱਢ ਗ੍ਰਸਤ ਮੰਨਿਆ ਹੈ, ਉਹ ਤਾਂ ਠੀਕ ਹੈ। ਜਿਹੜੇ ਹੰਕਾਰ ਕਰਨ ਹੈ ਉਹ ਗ੍ਰਸਤੀ ਪੁਣੇ ਦੇ ਗ੍ਰਸਤ ਪੁਣੇ 'ਚ ਧਰਮ 'ਚ ਹੀ ਮਸਤ ਹੋਏ ਫਿਰਦੇ ਹੈ ਕਿ ਸਾਡੇ ਵਰਗਾ ਕੋਈ ਨਹੀਂ, ਅਸੀਂ ਸਾਰਿਆਂ ਵਰਨਾ ਸ਼ਰਮਾਂ ਦੀ ਪਾਲਣਾ ਕਰਦੇ ਹਾਂ। ਇੱਕ ਸ਼ਬਦੀ ਬਹੁ ਰੂਪ ਅਵਧੂਤਾ, ਇੱਕ ਸ਼ਬਦੀ ਅਲੇਖੋ ਲੇਖੋ ਇਉਂ ਜੋਗੀ ਉਚਾਰਦੇ ਰਹਿੰਦੇ ਹੈ, ਉਹ ਇੱਕ ਸ਼ਬਦੀ ਹੈ। ਦੂਜੇ ਇੱਕ ਸ਼ਬਦੀ ਵਿਆਹ ਕਰਨੀ ਹੈ, ਕਹਿੰਦੇ ਵਿਆਹ ਕਰਨ ਬਿਨਾ ਸ਼ਬਦੀ ਸੁੱਧੀ ਬਿਨਾ ਗਿਆਨ ਨਹੀਂ ਹੋਤਾ। ਇਸ ਕਰਕੇ ਉਹ ਵਿਆਹ ਕਰਨ 'ਚ ਹੀ ਫਸੇ ਪਏ ਹੈ। ਅਤੇ ਇੱਕ ਸ਼ਬਦੀ ਜਿਹੜੇ ਵਦਾਂਤੀ ਹੈ ਉਹ ਕਹਿੰਦੇ ਸਰਵਣਾ ਦੇ ਨਾਲ ਜਦੋਂ ਵਦਾਂਤ ਵਾਕਾਂ ਦਾ ਸੰਬੰਧ ਹੁੰਦਾ ਹੈ ਉਸੇ ਵੇਲੇ ਪੁਰਖ ਨੂੰ ਗਿਆਨ ਹੋ ਜਾਂਦਾ ਹੈ। ਉਹ ਧਾਰਨਾ ਤੋਂ ਬਿਨਾਂ ਕਿਵੇਂ ਹੋ ਜੂ? ਇਉਂ ਇੱਕ ਵਦਾਂਤੀ ਲੋਕ ਇੱਕ ਸ਼ਬਦੀ ਕਹਿੰਦੇ ਵਦਾਂਤ ਦੇ ਵਾਕਾਂ ਨੂੰ ਸਰਵਣ ਕਰਨ ਨਾਲ ਹੀ ਮੁਕਤ ਹੋ ਜਾਏਗਾ। ਇਉਂ ਇੱਕ ਸ਼ਬਦੀ ਹੈ ਵਿਆਹ ਕਰਨੀ ਹੈ,
ਤੇ ਅਲੱਖ ਲੋਕ ਕਹਿਣ ਵਾਲੇ ਤੇ ਵਿਦਾਂਤੀ ਲੋਕ। ਬਹੁ ਰੂਪ ਅਵਧੂਤਾ ਬਹੁਤ ਸਾਰੇ ਬਟਰੂਪੀਏ ਹਨ, ਕਦੇ ਕੋਈ ਰੂਪ ਬਣਾ ਲਿਆ, ਕਦੇ ਕੋਈ ਰੂਪ ਬਣਾ ਲਿਆ। ਕਈ ਅਲਫ ਨੰਗੇ ਰਹਿਣ ਵਾਲੇ ਕੁਪੀਨ ਵੀ ਨਹੀਂ ਰੱਖਦੇ, ਆਪਣੇ ਆਪ ਨੂੰ ਸੰਖੀਏ ਖਾ ਖਾ ਕੇ ਸਿਆਲ ਦੇ ਪਾਲੇ 'ਚ ਬੈਠ ਕੇ ਸ਼ਾਹੂਕਾਰ ਆ ਕੇ ਮਠਿਆਈਆਂ ਖਵਾਉਂਦੇ ਆ, ਖੋਏ ਖਵਾਉਂਦੇ ਆ। ਉਹ ਇਸ ਗੱਲ 'ਚ ਬਧੂਸ ਪੁਣੇ ਜੀ ਮਸਤ ਹੋਏ ਬੈਠੇ ਆ। ਕਾਪੜੀ ਕਉਤੇ ਜਾਗੂਤਾ ਕਈ ਕੱਪੜੇ ਸਾਰੇ ਸਰੀਰ ਤੇ ਪਹਿਰੀ ਰੱਖਦੇ ਐ, ਇਹ ਕਾਪੜੀਆਂ ਦਾ ਭੇਖ ਹੈ। ਸਾਰੇ ਸਰੀਰ ਤੇ ਜਰਾਬਾਂ ਵੀ ਪਾਉਂਦੇ ਐ, ਹੱਥਾਂ 'ਚ ਦਸਤਾਨੇ ਵੀ ਪਾਉਂਦੇ ਐ, ਅੱਖਾਂ ਅਣਗੇ ਗੁਆਰੇ ਵੀ ਲਾ ਲੈਂਦੇ ਐ, ਸਾਰੇ ਸਰੀਰ ਨੂੰ ਕੱਪੜਿਆਂ ਭਗਵਿਆਂ ਨਾਲ ਲੁਕੋ ਕੇ ਰੱਖਦੇ ਐ। ਅਤੇ ਇਹ ਕੇਦਾਰਨਾਥ ਵਿੱਚ ਜਿੱਥੇ ਸ਼ਿਵ ਜੀ ਝੋਟਾ ਬਣ ਕੇ ਨਿਕਲਿਆ ਸੀ ਪਸਮੰਗ ਦੇਣ ਤੋਂ ਡਰਦਾ ਹੋਇਆ, ਉਹ ਅਸਾਂ ਜਾ ਕੇ ਉਪਾਸਨਾ ਕਰਦੇ ਸ਼ਿਵ ਜੀ ਦੀ। ਇਹ ਕਾਪੜੀ ਭੇਖ ਕਹਾਉਂਦੇ ਇਸ ਪ੍ਰਕਾਰ। ਕਾਪੜੀ ਕਉਤੇ ਜਾਗੂਤਾ ਅਤੇ ਕਉਤੇ ਕਲੌਤਾਂ ਦੇ ਮੁੰਡੇ ਗਵਈਏ ਜਿਹੜੇ ਐ, ਕਈ ਕਲੌਤ ਹੀ ਕਹਿੰਦੇ ਸਾਡੇ ਵਰਗੀ ਆਵਾਜ਼ ਤਿੱਖੀ ਕਿਸੇ ਦੀ ਹੈ ਹੀ ਨਹੀਂ, ਅਸੀਂ ਬੜੇ ਗਵਈਏ ਹਾਂ। ਉਹ ਕਲੌਤਾਂ ਦੇ ਬੱਚੇ ਕਹਾਉਂਦੇ ਆਪਣੇ ਆਪ ਨੂੰ ਜਾਗੂਤਾ। ਅਤੇ ਕਈ ਰਾਤ ਨੂੰ ਜਾਗਰਾ ਕਰਨ ਦੇ ਨਾਲ ਹੀ ਕਹਿੰਦੇ ਅਸੀਂ ਜਾਗ ਕੇ ਹੀ ਮੁਕਤ ਹੋ ਜਾਾਂਗੇ। ਚੋਰ ਯਾਰ ਥੋੜੇ ਜਾਗਦੇ, ਜਿੰਨਾ ਚਿਰ ਭਜਨ ਨਾ ਕਰਾਂਗੇ ਮੁਕਤ ਕਿਵੇਂ ਹੋਵੇਗਾ। ਉਹ ਜਾਗਰਾ ਕਰਨ ਨੂੰ ਹੀ ਚੰਗਾ ਸਮਝਦੇ ਹਨ। ਇੱਕ ਤੀਰਥ ਨਹਾਤਾ ਇੱਕ ਤੀਰਥਾਂ ਤੇ ਨਹਾਉਣ ਨੂੰ ਹੀ ਪਵਿੱਤਰ ਸਮਝਦੇ ਆ। ਤੀਰਥ ਨਹਾਇਆ ਜਿਵੇਂ ਡੱਡਾਂ ਜਲ ਵਾਸੀ, ਜਲ 'ਚ ਡੱਡਾਂ ਵਸਦੀਆਂ ਹੀ ਐ। ਮਨ ਦੇ ਅੰਦਰ ਸਫਾਈ ਕਰੇ ਬਿਨਾਂ ਕਿਵੇਂ ਮੁਕਤ ਹੋ ਜਾਣਗੇ। ਨਿਰਹਾਰ ਵਰਤੀ ਆਪਰਸਾ ਕਈ ਨਿਰਾਹਾਰੀ ਰਹਿੰਦੇ, ਅਸੀਂ ਰੋਟੀ ਨਹੀਂ ਖਾਣੀ ਕਹਿੰਦੇ ਹਨ। ਅਤੇ ਕਈ ਵਰਤ ਰੱਖਦੇ ਐ ਕਾਦਸ਼ੀਆਂ ਦੇ 24-24। ਕਈ ਅਪਰਸਾ ਕਿਸੇ ਨੇ ਛੂਹਦੇ ਨਹੀਂ, ਬਾਣ ਪ੍ਰਸਤੀ ਬਣ ਕੇ ਉਹ ਯਾਰਾਂ 'ਚ ਰਹਿੰਦੇ, ਕਿਤੇ ਪਰਛਾਵਾਂ ਨਾ ਸਾਨੂੰ ਆ ਜੇ ਭਿੱਟੇ ਜਾਵਾਂਗੇ। ਇਸ ਪ੍ਰਕਾਰ ਅਪਰਸ ਅਸ਼ੂਕ ਹੋਣ ਵਾਲੇ ਅਸੰਗ ਰਹਿਣ ਵਾਲੇ ਹਨ। ਇੱਕ ਲੂਕ ਨਾ ਦੇਵਹਿ ਦਰਸਾ ਇੱਕ ਲੋਕੇ ਰਹਿੰਦੇ ਹਨ, ਜਿਵੇਂ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਗਏ ਨਸ਼ਹਿਰੇ, ਉੱਥੇ 100 ਸੁਹਾਗਣ ਲੋਕੇ ਰਹਿੰਦਾ ਸੀ। ਕਹਿੰਦੇ ਮੈਨੂੰ ਅੱਜ 100 ਦੇ ਦਰਸ਼ਨ ਹੋਣੇ, ਮੈਂ ਨਹੀਂ ਦਰਸ਼ਨ ਦੇਣੇ। ਉਹ ਲੋਕੇ ਦਰਸ਼ਨ ਨਹੀਂ ਦਿੰਦੇ। ਜਦੋਂ ਮਹਾਰਾਜ ਕਾ ਕੁਛ ਨਹੀਂ ਮਰਦਾਨਾ ਚੱਲ ਚੱਲੀਏ, ਉਵੇਂ ਮੇਲਾ ਲੁੱਟਿਆ ਗਿਆ ਸੀ, ਉਹਦਾ ਪਖੰਡ ਜ਼ਾਹਰ ਹੋ ਗਿਆ ਸੀ। ਇਉਂ ਲੋਕੇ ਰਹਿੰਦੇ ਆ, ਭੋਰਿਆਂ ਵਿੱਚ ਰਹਿੰਦੇ, ਕਿਸੇ ਨੂੰ ਦਰਸ਼ਨ ਹੀ ਨਹੀਂ ਦੇਣਾ ਚਾਹੁੰਦੇ ਬਾਬਾ ਜੀ। ਮਗਰੋਂ ਪੂਜਾ ਕਰਾਉਣ ਵੇਲੇ ਬਹਿ ਜਾਂਦੇ ਆ। ਇੱਕ ਮਨ ਹੀ ਗਿਆਤਾ ਇੱਕ ਮਨ ਵਿੱਚ ਹੀ ਗਿਆਨਵਾਨ ਮਨੇ ਬੈਠੇ ਆ। ਕਹਿੰਦੇ ਜੀ ਅਸੀਂ ਕਥਾ ਦਾ ਸਾਰਾ ਸਿਧਾਂਤ ਸਮਝ ਲਿਆ। ਕੀ ਸਿਧਾਂਤ ਸਮਝਿਆ ਤੈਂ ਕਥਾ ਦਾ? ਕਿ ਉੱਥੇ ਕਿ ਰਾਧਿਕਾ ਨੂੰ ਖੁਸ਼ ਕਰਨ ਵਾਸਤੇ ਕ੍ਰਿਸ਼ਨ ਭਗਵਾਨ ਜੰਗ ਕਰਕੇ ਰੁਕਮਣੀ ਦੇ ਵਿਹੜੇ ਵਿੱਚ ਲਿਆ ਕੇ ਕਲਪਤਰੂ ਬਿਰਛ ਲਾਇਆ ਸੀ। ਅਵਤਾਰ ਵੀ ਘਰ ਵਾਲੀਆਂ ਨੂੰ ਖੁਸ਼ ਕਰਦੇ ਰਹਿੰਦੇ ਐ। ਮੈਂ ਕਥਾ ਸਾਰੀ ਦਾ ਸਿਧਾਂਤ ਸਮਝ ਲਿਆ ਵੀ ਘਰ ਵਾਲੀ ਨੂੰ ਖੁਸ਼ ਰੱਖਣਾ ਚਾਹੀਦਾ। ਇਹੋ ਹੀ ਸਭ ਕੁਛ ਹੈ, ਗਿਆਨ ਹੈ। ਇਉਂ ਮਨ ਦੇ ਗਿਆਤੇ ਬਣੇ ਬੈਠੇ ਆ ਕਈ, ਕਹਿੰਦੇ ਸਭ ਕੋ ਕਥਾ ਦਾ ਤੱਤ ਸਮਝ ਲਿਆ ਮੈਂ। ਘਾਟ ਨਾ ਕਿਨਹੀ ਕਹਾਇਆ ਮਹਾਰਾਜ ਕਹਿੰਦੇ ਜਿਹਨੂੰ ਪੁੱਛੀਏ ਘੱਟ ਨਹੀਂ ਕੋਈ ਕਹਾਉਂਦਾ ਹੈ। ਸਭ ਗਿਆਨਵਾਨ ਬਣੇ ਬੈਠੇ ਹਨ। ਸਭ ਕਹਤੇ ਹੈ ਪਾਇਆ ਸਾਰੇ ਕਹਿੰਦੇ ਅਸੀਂ ਬ੍ਰਹਮ ਆਤਮਾ ਨੂੰ ਪਾ ਲਿਆ, ਪਰਮੇਸ਼ਰ ਨੂੰ। ਕਿਸੇ ਨੂੰ ਕਹੀਏ ਮੈਂ ਤਾਂ ਪਾ ਲਿਆ। ਉੱਥੇ ਪਰਨੇ ਸਾਹਿਬ ਪੁੱਛਿਆ ਇੱਕ ਨੂੰ, ਕਹਿੰਦੇ ਅੰਨ ਛੱਡਤਾ ਕਿ ਅਸੀਂ ਤਾਂ ਪਾ ਕੇ ਅੰਨ ਛੱਡਿਆ। ਇਸ ਪ੍ਰਕਾਰ ਸਾਰੇ ਕਹਿੰਦੇ ਰੱਬ ਨੂੰ ਪਾਇਆ ਹੋਇਆ। ਜਿਸ ਮੇਲੇ ਸੋ ਭਗਤਾ ਇਹ ਤਾਂ ਭਾਈ ਜਿਹਨੂੰ ਪਰਮੇਸ਼ਰ ਆਪ ਦੇ ਨਾਲ ਮੇਲ ਲਵੇ, ਉਹ ਪਰਮੇਸ਼ਰ ਦਾ ਗੁਰੂ ਸਾਹਿਬ ਕਹਿੰਦੇ ਭਗਤ ਹੋ ਸਕਦਾ ਹੈ। ਸਗਲ ਉਕਤ ਉਪਾਵਾ ਕਿਆ ਮਾਰੇ ਫਿਰ ਮੈਂ ਕੀ ਸਾਧਨ ਕਰਾਂ? ਤਾਂ ਗੁਰੂ ਸਾਹਿਬ ਉੱਤਰ ਦਿੰਦੇ ਹਨ, ਹੇ ਭਾਈ ਸਗਲ ਉਕਤ ਉਪਾਵਾ ਸਾਰੀਆਂ ਜਿਹੜੀਆਂ ਕਥਨ ਦੀਆਂ ਚਿਤਰਾਈਆਂ ਹਨ, ਜਿੰਨੇ ਸਾਰੇ ਸਾਧਨ ਦੇ ਉਪਾਅ ਯਤਨ ਹਨ, ਤਿਆਗੀ ਸਰਨ ਪਾਵਾ ਇਹ ਤਿਆਗੀ ਜੋ ਸਤਿਗੁਰੂ ਹੈ, ਬ੍ਰਹਮ ਸਰੋਤਰੀ ਬ੍ਰਹਮ ਦੇਸ਼ਟੀ ਸਤਿਗੁਰੂ, ਬ੍ਰਹਮ ਸਰੂਪ ਸਤਿਗੁਰੂ ਸੱਚੇ ਪਾਤਸ਼ਾਹ ਗੁਰ ਪਰਮੇਸ਼ਰ ਏਕ ਸਭ ਮੈਂ ਰਿਆ ਸਮਾਏ, ਜੋ ਮਾਇਆ ਦੇ ਤਿਆਗੀ ਹਨ, ਜੋ ਸਤਿਗੁਰੂ ਹੰਗਤਾ ਦੇ ਤਿਆਗੀ ਹਨ, ਜੋ ਨਿਰਵਕਾਰ ਹਨ, ਐਸੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਸ਼ਰਨ ਆਪਣੇ ਕਥਨ ਦੀ ਚਿਤਰਾਈ ਨਾ ਕਰੀਏ। ਉੱਥੇ ਬੁੱਧੀ ਦੀ ਸਿਆਣਪ ਨਾ ਰੱਖੀਏ, ਹੋਰ ਉਪਾਅ ਮੈਂ ਇੰਨੇ ਸਾਧਨ ਕੀਤੇ ਨਾ ਰੱਖੀਏ। ਸਾਰੇ ਤਿਆਗ ਕਰਕੇ ਗੁਰੂ ਸਾਹਿਬ ਦੀ ਸ਼ਰਨ ਆਪਣੇ ਆਪ ਨੂੰ ਪਾਉਣਾ ਕਰੀਏ। ਨਾਨਕ ਗੁਰ ਚਰਨ ਪਰਾਤਾ ਸ੍ਰੀ ਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਦੇ ਭਾਈਓ ਚਰਨੀ ਪਏ ਹੈ, ਇਉਂ ਉਸ ਵਾਹਿਗੁਰੂ ਦੀ ਪ੍ਰਾਪਤੀ ਹੋਈ ਹੈ। ਇਹ ਉਪਾਅ ਹੈ ਜੇ ਸਿੱਖਾਂ ਤੋਂ ਪ੍ਰਾਪਤ ਕਰਨਾ ਹੈ। ਇਹਦੂ ਬਿਨਾਂ ਹੋਰ ਕੋਈ ਉਪਾਅ ਨਹੀਂ ਵਾਹਿਗੁਰੂ ਦੇ ਮਿਲਣ ਦਾ। ਅਸੀਂ ਤਾਂ ਇਸ ਪ੍ਰਕਾਰ ਵਾਹਿਗੁਰੂ ਨੂੰ ਪ੍ਰਾਪਤ ਕੀਤਾ ਹੈ। ਤੁਸੀਂ ਵੀ ਗੁਰੂ ਸਾਹਿਬ ਦੇ ਚਰਨਾਂ ਦੁਆਰਾ ਪਰਮੇਸ਼ਰ ਨੂੰ ਪ੍ਰਾਪਤ ਕਰ ਲਓਗੇ।
ਸਗਲ ਉਕਤ ਉਪਾਵਾ ਤਿਆਗੀ ਸਰਨ ਪਾਵਾ ਨਾਨਕ ਗੁਰ ਚਰਨ ਪਰਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਹਿਲਾਂ ਹੁਣ ਕਥਾ ਜੋ ਹਮੇਸ਼ਾ ਸੰਥਾ ਚੱਲ ਰਹੀ ਹੈ ਉਹ ਸੰਗਤਾਂ ਸੁਣੋ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜਾਗਦੀ ਜੋਤ ਵਾਰ ਦੇਸ਼ ਵੀ ਸੱਚੇ ਪਾਤਸ਼ਾਹ ਵਿੱਚ ਰਹੇ ਸਨ। ਵਾਰ ਦੇਸ਼ ਦੇ ਇਲਾਕੇ ਵਿੱਚ ਵਿਚਰਦਿਆਂ ਹੋਇਆਂ ਗੁਰੂ ਸਾਹਿਬ ਦੇ ਸਿੱਖ ਸੰਗਤਾਂ ਬਹੁਤ ਪਾਸ ਇਕੱਠੀਆਂ ਬੈਠੀਆਂ ਸਨ। ਭਾਈ ਮਰਦਾਨੇ ਨੇ ਬੇਨਤੀ ਕੀਤੀ ਕਿ ਮਹਾਰਾਜ ਛਿੰਝ ਪੈ ਰਹੀ ਹੈ, ਜੇ ਆਗਿਆ ਹੋਵੇ ਤਾਂ ਪਚਾਦੇ ਜਿਵੇਂ ਲੁੱਡੀ ਪਾਉਂਦੇ ਐ, ਛਿੰਝ ਪਾਉਂਦੇ ਐ, ਅਸੀਂ ਵੀ ਵੇਖ ਆਈਏ। ਤਾਂ ਗੁਰੂ ਮਹਾਰਾਜ ਸਾਹਿਬ ਨੇ ਕਿਹਾ, ਭਾਈ ਤੁਸੀਂ ਕੀ ਵੇਖਣੀ ਹੈ, ਆਓ ਤੁਹਾਨੂੰ ਕਰਤਾਰ ਵੱਲੋਂ ਜਿਹੜੀ ਛਿੰਝ ਪੈ ਰਹੀ ਹੈ, ਲੁੱਡੀ ਪੈ ਰਹੀ ਹੈ, ਉਹ ਤੁਹਾਨੂੰ ਵਿਖਾਈਏ। ਵੇਖੋ ਉਸ ਪਰਮੇਸ਼ਵਰ ਦੀ ਪਚਾਦੇ ਜਿਹੜੇ ਲੁੱਡੀ ਪਾਉਂਦੇ ਹਨ, ਬਾਕੀ ਪਹਿਲਵਾਨ ਲੋਕ ਕੁਸ਼ਤੀ ਕਰਦੇ ਹਨ। ਇਹ ਦੋ ਸ਼ਬਦ ਆਉਣਗੇ ਪੰਜਵੇਂ ਪਾਤਸ਼ਾਹ ਦੇ ਸ਼ਬਦ ਵਿੱਚ ਤਾਂ ਕੁਸ਼ਤੀ ਦਾ ਜ਼ਿਕਰ ਆਵੇਗਾ। ਗੁਰੂ ਸਾਹਿਬ ਅਕਾਲ ਪੁਰਖ ਦੇ ਹੋਂ ਗੁਸਾਈ ਦਾ ਪਹਿਲਵਾਨ ਬਣ ਕੇ ਵਕਾਰਾਂ ਨੂੰ ਜਿੱਤਣ ਦਾ ਇਹਦੇ ਵਿੱਚ ਉਪਦੇਸ਼ ਦੇਣਗੇ ਸੱਚੇ ਪਾਤਸ਼ਾਹ। ਤੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਇਸ ਪ੍ਰਕਾਰ ਲੁੱਡੀ ਪੈਂਦੀ ਵੇਖ ਕੇ ਭਾਈ ਮਰਦਾਨੇ ਨੂੰ ਤੇ ਹੋਰ ਸਿੱਖਾਂ ਨੂੰ ਸੰਬੋਧਨ ਕਰਕੇ ਕਹਿੰਦੇ, ਦੇਖੋ ਭਾਈ ਪਰਮੇਸ਼ਵਰ ਦੀ ਐਸੀ ਸੋਹਣੀ ਖੇਲ ਹੋ ਰਹੀ ਹੈ, ਇਹਨੂੰ ਇੱਕ ਚਿੱਤ ਕਰਕੇ ਸੁਣੋ। ਤੁਸੀਂ ਹੋਰ ਲੁੱਡੀਆਂ ਵੇਖ ਕੇ ਤੁਸੀਂ ਕੀ ਕਰਨਾ ਹੈ, ਟੱਪਣ ਦਾ ਨਾਂ ਲੁੱਡੀ ਹੈ। ਇਸ ਪ੍ਰਕਾਰ ਉਹ ਟੱਪਦੇ ਰਹਿੰਦੇ ਪਚਾਦੇ। ਇਸੇ ਪ੍ਰਕਾਰ ਹੋਰ ਵੀ ਲੋਕ ਲੁੱਡੀਆਂ ਪਾਉਂਦੇ ਹਨ। ਇਸੇ ਪ੍ਰਕਾਰ ਮਰਕੇ ਜਿਹੜੇ ਲੋਕ ਹਨ ਉਹ ਹਜ਼ੂਰ ਸਾਹਿਬ ਵੇਖੇ ਹੈ ਪਹਿਲੇ, ਉਹ ਵੀ ਤਾਹਾਂ ਨੂੰ ਟੱਪਦੇ ਹੁੰਦੇ ਹੈ। ਇਸ ਪ੍ਰਕਾਰ ਇਹਨਾਂ ਦੀਆਂ ਲੁੱਡੀਆਂ ਤੇ ਕੁੱਦਣਾ ਹੁੰਦਾ ਹੈ ਆਪਣੀਆਂ ਖੁਸ਼ੀਆਂ ਵਿੱਚ। ਗੁਰੂ ਸਾਹਿਬ ਵਾਹਿਗੁਰੂ ਦੀ ਜਿਸ ਪ੍ਰਕਾਰ ਦੀ ਖੁਸ਼ੀ ਹੈ ਉਹ ਇਸ ਸ਼ਬਦ 'ਚ ਕਥਨ ਕਰਕੇ ਉਪਦੇਸ਼ ਬਖਸ਼ਦੇ ਹਨ। ਇੱਕੋ ਅਦਵੈਤ ਰੂਪ ਪਰਮੇਸ਼ਵਰ ਹੈ, ਓਂਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ ਜੋਗੀ ਅੰਦਰ ਜੋਗੀਆ। ਸ੍ਰੀ ਰਾਗ ਮਹਾਰਾਜ ਸਾਹਿਬ ਨੇ ਆਰੰਭ ਕੀਤਾ ਹੈ। ਇਹਦੇ ਚ ਪਹਿਲੇ ਪਾਤਸ਼ਾਹ ਉਚਾਰਨ ਕਰਦੇ ਹੈ ਘਰ ਤੀਜਾ, ਤੀਜੇ ਸੁਰ ਤਾਰ ਚ ਉਚਾਰਦੇ ਹੈ। ਸੰਸਕ੍ਰਿਤ ਦੇ ਪੁਸਤਕਾਂ 'ਚ 64 ਧਾਵਾਂ ਤੱਕ ਗਾਇਆ ਹੈ। ਗੁਰੂ ਸਾਹਿਬ ਜੀ ਨੇ 17 ਘਰ ਸੁਧ ਸਮਝ ਕੇ ਪੰਜਾਬੀ ਬੋਲੀ 'ਚ ਇੱਕ ਧਾਮਾਂ ਦਾ ਘਰ ਰੱਖਿਆ ਲਫ਼ਜ਼। ਸੋ 17 ਘਰਾਂ ਵਿੱਚ ਸੁਰ ਤਾਰ ਦੇ ਵਿੱਚ ਗੁਰੂ ਸਾਹਿਬ ਜੀ ਨੇ ਗਾਉਣਾ ਕੀਤਾ ਹੈ, ਉਹਨਾਂ ਦਾ ਨਾਮ ਘਰ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਇਹ ਤੀਜੇ ਸੁਰ ਤਾਰ ਘਰ ਵਿੱਚ ਗੁਰੂ ਸਾਹਿਬ ਜੀ ਉਚਾਰਨ ਕਰਦੇ ਹਨ। ਪਰਮ ਪਵਿੱਤਰ ਵਾਹਿਗੁਰੂ ਦੇ ਸਨਮੁਖ ਚਿੱਤ ਜੋੜ ਕੇ ਇਸ ਪ੍ਰਕਾਰ ਆਪਣਾ ਚਿੱਤ ਹੇ ਜਗਿਆਸੂ ਜਨੋ ਚਿੱਤ ਨੂੰ ਪਰਮੇਸ਼ਰ ਦੇ ਸਨਮੁਖ ਜੋੜ ਕੇ ਇਉਂ ਵਾਹਿਗੁਰੂ ਵੱਲ ਤੱਕੋ ਕਹਿੰਦੇ ਹਨ। ਜੋਗੀ ਅੰਦਰ ਜੋਗੀਆ। ਇਹ ਪਰਮੇਸ਼ਰ ਜਿਹੜੇ ਜੋਗੀ ਹਨ, ਚਿਰਕਾਲ ਸਮਾਧੀ ਲਾ ਕੇ ਬੈਠੇ ਹਨ, ਉਹਨਾਂ ਜੋਗੀਆਂ ਤੂੰ ਜੋਗੀ ਰੂਪ ਹੋ ਕੇ ਬਿਰਾਜਮਾਨ ਹੋ ਰਿਹਾ ਹੈ। ਤੂੰ ਭੋਗੀ ਅੰਦਰ ਭੋਗੀਆ। ਜਿਹੜੇ ਰਾਜੇ ਲੋਕ ਹਨ ਹੈ ਸੱਚੇ ਪਾਤਸ਼ਾਹ, ਉਹਨਾਂ 'ਚ ਰਾਜਾ ਰੂਪ ਹੋ ਕੇ ਤੂੰ ਸਜ ਰਿਹਾ ਹੈ। ਰਾਜ ਮੈਂ ਰਾਜ, ਜੋਗ ਮੈਂ ਜੋਗੀ। ਇਸ ਪ੍ਰਕਾਰ ਸੱਚੇ ਪਾਤਸ਼ਾਹ ਤੂੰ ਸਾਰਿਆਂ 'ਚ ਸਰਵ ਰੂਪ ਹੋ ਕੇ ਵਰਤ ਰਿਹਾ ਹੈ। ਜੋਗੀਆਂ ਦੇ ਅੰਦਰ ਜਿਹੜਾ ਜੋਗੀਆ ਜੁੜਨਾ ਹੈ, ਚਿੱਤ ਦੀ ਇਕਾਗਰਤਾ ਹੋਣੀ ਹੈ। ਪਤੰਜਲੀ ਜੀ ਨੇ ਯੋਗ ਦੱਸਿਆ ਹੈ, ਯੋਗਾ ਚਿੱਤ ਬਿਰਤੀ ਨਿਰੋਧਾ। ਚਿੱਤ ਦੀ ਬਿਰਤੀਆਂ ਦੇ ਰੋਕ ਲੈਣ ਦਾ ਨਾਮ ਯੋਗ ਹੈ। ਚਿੱਤ ਦੀਆਂ ਬਿਰਤੀਆਂ ਪ੍ਰਮਾਣ ਦਿਸਣ ਵਾਲੀਆਂ ਚੀਜ਼ਾਂ 'ਚ ਪਰਚੇ ਰਹਿਣਾ, ਬਪਰਚੇ ਉਲਟਾ ਸੁਭਾਅ ਬਣਿਆ ਰਹਿਣਾ, ਨੀਂਦ ਆ ਜਾਣੀ, ਸਿਮਰਤੀ ਪਿਛਲੇ ਗੱਲਾਂ ਕੀਤੀਆਂ ਨੂੰ ਯਾਦ ਕਰਦੇ ਰਹਿਣਾ, ਵਿਕਲਪ ਕਰਦੇ ਰਹਿਣਾ, ਕਮਾਈ ਥੋੜੀ ਹੋਣੀ, ਫਲ ਦੀ ਬਾਹਲੀ ਇੱਛਾ ਰੱਖਣੀ, ਇਹਦਾ ਨਾਮ ਵਿਕਲਪ ਹੈ। ਅਤੇ ਇਸੇ ਪ੍ਰਕਾਰ ਵਿਕਲਪ ਨਿੰਦਰਾ, ਸਿਮਰਤੀ, ਵਿਕਲਪ ਤੇ ਬਪਰਜੇ ਆਦਿਕ ਇਹ 5 ਪ੍ਰਕਾਰ ਦੀਆਂ ਬਿਰਤੀਆਂ ਨੂੰ ਜਿਹੜਾ ਰੋਕ ਲੈਣਾ, ਇਹਦਾ ਨਾਮ ਪਤੰਜਲੀ ਜੀ ਨੇ ਯੋਗ ਮੰਨਿਆ ਹੈ। ਸਾਖੀਆਂ ਨੇ ਯੋਗ ਗੀਤਾ ਵਿੱਚ ਮੰਨਿਆ ਹੈ। ਆਤਮਨੀ ਪਰਮਾਤਮਨੀ ਜੁਨਤਾ ਸਾ ਜੋਗਾ। ਜਿਹੜਾ ਆਤਮਾ ਜੀਵ ਆਤਮਾ ਨੂੰ ਪਰਮੇਸ਼ਰ ਜੋੜ ਲੈਣਾ, ਇਹਦਾ ਨਾਮ ਯੋਗ ਹੈ। ਅਤੇ ਇਸੇ ਪ੍ਰਕਾਰ ਤਤਵੇਤਿਆਂ ਨੇ ਵੀ ਪਰਮੇਸ਼ਰ ਦੇ ਵਿੱਚ ਚਿੱਤ ਦੀ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਜੋੜਨਾ, ਸੰਸਾਰਾਕਾਰ ਮੇਟ ਕੇ, ਇਹਦਾ ਨਾਮ ਯੋਗ ਹੈ। ਇਸੇ ਪ੍ਰਕਾਰ ਯੋਗ ਇੱਕ ਮੰਤਰ ਯੋਗ ਹੈ। ਮੰਤਰ ਦੇ ਵਿੱਚ ਚਿੱਤ ਨੂੰ ਜੋੜਨਾ, ਇਹਦਾ ਨਾਮ ਮੰਤਰ ਯੋਗ ਹੈ। ਲੈ ਯੋਗ ਸੁਤੇ ਬਿਰਤੀਆਂ ਦਾ ਜੁੜੇ ਰਹਿਣਾ, ਲੈ ਹੋਈਆਂ ਰਹਿਣਾ, ਕੋਈ ਫੁਰਨਾ ਨਾ ਫੁਰਨਾ। ਇਹ ਕਿਸੇ ਅਵਤਾਰਾਂ ਅੰਦਰ ਜਾਂ ਕਿਸੇ ਬੜੇ ਮਹਾਂਪੁਰਖ ਤੱਤਵੇਤਿਆਂ ਅੰਦਰ ਇਹ ਹਾਲਤ ਹੁੰਦੀ ਹੈ, ਲੈ ਯੋਗ ਜਿਨ੍ਹਾਂ ਦੇ ਅੰਦਰ ਹੈ। ਅਤੇ ਲੈ ਯੋਗ
ਹਠ ਯੋਗ ਹੁੰਦਾ ਹੈ। ਹਾ ਨਾਮ ਹੈ ਸੂਰਜ ਦਾ, ਹਠ ਹਮਨ ਕਰਨਾ ਸੂਰਜ ਗਰਮੀ, ਤੇ ਠਾ ਚੋਂ ਠੰਡ ਪਜਾਉਣੀ ਚੰਦਰਮਾ ਦੀ ਸੁਰ ਦੁਆਰਾ, ਈੜਾ ਦੁਆਰਾ ਤੇ ਸੂਰਜ ਦੀ ਸੁਰ ਦੁਆਰਾ, ਪਿੰਗਲਾ ਦੁਆਰਾ ਜਿਹੜਾ ਪ੍ਰਾਣਾਂ ਨੂੰ ਚੜਾਉਣਾ ਹੈ, ਇਹਦਾ ਨਾਂ ਹਠ ਯੋਗ ਹੈ। ਇਸੇ ਤਰ੍ਹਾਂ ਹਠ ਯੋਗ, ਮੰਤਰ ਯੋਗ, ਇਸੇ ਪ੍ਰਕਾਰ ਲੈ ਯੋਗ, ਇਸੇ ਪ੍ਰਕਾਰ ਸਾਧ ਸੰਗਤ ਜੀ ਯੋਗ ਦੇ ਨਿਰਣੇ ਹਨ, ਯੋਗੀਆਂ ਪੁਰਖਾਂ ਨੇ ਕਥਨ ਕੀਤੇ। ਸੋ ਜਿਹੜੇ ਯੋਗੀ ਹਨ ਉਹ ਯੋਗੀਆਂ ਦੇ ਅੰਦਰ ਤੋਂ ਸੱਚੇ ਪਾਤਸ਼ਾਹ ਯੋਗੀਆ ਜੁੜਿਆ ਹੋਇਆ, ਆਪ ਹੀ ਬਿਰਤੀ ਨੂੰ ਜੋੜ ਕੇ ਫਿਰ ਬ੍ਰਹਮ ਰੂਪ ਉਹਨੇ ਅੰਦਰ ਜਿਹੜਾ ਆਨੰਦ ਸਰੂਪ ਬਿਰਤੀ ਦਾ ਜੋ ਨਿਰੋਧ ਕਰਦੇ ਹੈ, ਜੋ ਆਨੰਦ ਰੂਪ ਦਾ ਭਾਨ ਹੁੰਦਾ ਹੈ, ਪ੍ਰਤੀਤ ਹੁੰਦਾ ਹੈ, ਉਹ ਜੋਗੀ ਰੂਪ ਤੋਂ ਆਪ ਹੀ ਇਹ ਪਰਮੇਸ਼ਰ ਸਾਰਿਆਂ ਜੋਗੀਆਂ ਦੇ ਅੰਦਰ। ਤੂੰ ਭੋਗੀ ਅੰਦਰ ਭੋਗੀਆ, ਭੋਗੀ ਜੋ ਰਾਜੇ ਹਨ ਇੰਦਰ ਆਦਿਕ ਅਨੇਕ ਪ੍ਰਕਾਰ ਦੇ ਸੁੱਖਾਂ ਨੂੰ ਤੇ ਭੋਗਾਂ ਨੂੰ ਭੋਗਣ ਵਾਲੇ, ਉਹਨਾਂ ਦੇ ਨਾਨਾ ਤਰ੍ਹਾਂ ਦੇ ਭੋਗ ਪਦਾਰਥਾਂ ਨੂੰ ਭੋਗ ਕਰਕੇ ਅੰਤ ਨੂੰ ਭੋਗ ਪਾ ਦੇਣ ਵਾਲਾ, ਸਮਾਪਤੀ ਕਰਨ ਵਾਲਾ, ਤੂੰ ਉਹਨਾਂ ਦੇ ਭੋਗ ਪਾਉਣ ਵਾਲਾ, ਸਮਾਪਤੀ ਕਰਨ ਵਾਲਾ। ਜਿਹੜੇ ਸੰਸਾਰੀ ਜੀਵ ਹਨ ਉਹ ਵਿਸ਼ੇ ਆਨੰਦ ਸੰਸਾਰ ਹੈ, ਸਾਰਾ ਸਾਨ ਵਿਸ਼ਿਆਂ ਨੂੰ ਆਨੰਦ ਮੰਨੀ ਬੈਠਾ ਹੈ। ਕਿਉਂ ਭੋਗੀ ਲੋਕ ਭੋਗਾਂ 'ਚ ਹੀ ਆਨੰਦ ਮੰਨੀ ਬੈਠੇ ਹੈ, ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ 'ਚ ਹੀ ਲੱਗੇ ਹੋਏ ਹੈ। ਅਤੇ ਜੋਗੀ ਚਿੱਤ ਦੀ ਬਿਰਤੀ ਨਿਰੋਧ ਕਰਕੇ ਦਸਵੇਂ ਦੁਆਰ 'ਚ ਯੋਗਾਨੰਦ ਨੂੰ, ਮਿੱਠੀ ਕਫ ਦੇ ਆਨੰਦ ਨੂੰ ਉਹ ਯੋਗਾਨੰਦ ਮੰਨਦੇ ਹੈ। ਇਸੇ ਤਰ੍ਹਾਂ ਉਪਾਸਕ ਲੋਕ ਇਸ਼ਟ ਦੇਵਤਾ ਦੇ ਦਰਸ਼ਨਾਂ ਨੂੰ ਆਨੰਦ ਮੰਨਦੇ ਹਨ ਭਗਤੀ ਕਰਕੇ। ਅਤੇ ਗਿਆਨਵਾਨ ਜਿਹੜੇ ਗਿਆਨਾਨੰਦ ਸਰੂਪ ਦੇ ਚਿੱਤ ਦੀ ਬਿਰਤੀ ਨੂੰ ਬ੍ਰਹਮਾਨੰਦ 'ਚ ਟਿਕਣਾ, ਜੀਵਨ ਭਜਨਾਨੰਦ ਹਰਦਾਸ ਤੇ ਜੀਵਨ ਮੁਕਤ ਜਿਹੜਾ ਹੈ ਉਹ ਬ੍ਰਹਮਾਨੰਦ, ਜੀਵਨ ਮੁਕਤ ਭਈ ਵਾਸ਼ਨਾ ਨਾਸ, ਜਿਹਦੀਆਂ ਵਾਸ਼ਨਾ ਨਾਸ ਹੋ ਗਈਆਂ ਉਹ ਜੀਵਨ ਮੁਕਤ ਹੈ, ਉਹਨੂੰ ਪਰਮੇਸ਼ਰ ਦਾ ਆਨੰਦ ਹੈ। ਕਿਉਂ ਭੋਗੀ ਰਾਜਿਆਂ ਦੇ ਅੰਦਰ ਮਹਾਰਾਜ ਭੋਗ ਲਗਾਉਣ ਵਾਲਾ, ਜਿਵੇਂ ਜਨਕ ਆਦਿਕ ਵਿਦੇਹੀ ਹੋਏ ਹੈ। ਇੱਕ ਪੈਰ ਪਦਮਣੀਆਂ ਇਹਦਾ ਝਾਲੀਆਂ ਸੀ ਜਨਕ ਰਾਜੇ ਦਾ, ਦੂਆ ਪੈਰ ਤਪਦੇ ਕੜਾਹੇ 'ਚ ਰੱਖਿਆ ਹੋਇਆ ਸੀ, ਦੋਹਾਂ 'ਚ ਦੱਸਦਾ ਸੀ ਮੇਰੀ ਇੱਕੋ ਜਿਹੀ ਵਿਰਤੀ ਹੈ। ਇਸ ਪ੍ਰਕਾਰ ਦੇ ਜਿਹੜੇ ਰਾਜੇ ਹੈ ਭੋਗਦੇ ਹੋਏ ਨਿਰਲੇਪ ਰਹਿਣ ਵਾਲੇ, ਉਹਨਾਂ ਦੇ ਅੰਦਰ ਜੀਵਨ ਮੁਕਤੀ ਦੇ ਆਨੰਦ ਨੂੰ ਭੋਗਣ ਵਾਲਾ ਤੂੰ ਰਾਜਿਆਂ ਦਾ ਰਾਜ ਸਰੂਪ ਹੋ ਰਿਹਾ ਹੈ। ਭਾਈ ਗੁਰਦਾਸ ਜੀ ਨੇ ਕਿਹਾ ਹੈ ਇਹਨਾਂ ਨੂੰ ਚਾਹੀਦਾ ਸੀ ਜਨਕ ਰਾਜੇ ਨੂੰ ਕਿ ਜੇ ਇਹਦਾ ਚਿੱਤ ਇੱਕੋ ਜਿਹਾ ਸੀ, ਦਿਖਾਉਣ ਦੀ ਲੋੜ ਨਹੀਂ ਸੀ, ਕੜਾਹੇ 'ਚ ਪੈਰ ਰੱਖਣ ਦੀ ਕੀ ਲੋੜ ਸੀ। ਇਸ ਪ੍ਰਕਾਰ ਭੋਗੀਆਂ ਰਾਜਿਆਂ ਦੇ ਅੰਦਰ ਭੋਗ ਲਗਾਉਣ ਵਾਲਾ ਵੀ ਤੂੰ ਆਪ ਹੈ। ਤੇਰਾ ਅੰਤ ਨਾ ਪਾਇਆ, ਭੋਗੀਆਂ ਰਾਜਿਆਂ ਨੂੰ ਭੋਗ ਭੋਗਦੇ ਹੈ, ਜੋਗੀ ਜੋਗ ਸਾਧਨ ਕਰਦੇ ਹੈ, ਤੇਰਾ ਅੰਤ ਨਾ ਜੋਗੀਆਂ ਨੂੰ ਪਾਇਆ ਨਾ ਭੋਗੀਆਂ ਨੂੰ ਪਾਉਣਾ ਕੀਤਾ ਹੈ। ਸੁਰਗ ਮੱਛ ਪਿਆਲ ਜੀ, ਸਵਰਗ ਲੋਕ ਦੇ ਅੰਦਰ ਦੇਵਤਾ ਹਨ ਇੰਦਰ ਆਦਿਕ, 33 ਕਰੋੜ ਦੇਵਤਿਆਂ ਦਾ ਰਾਜਾ ਹੈ ਅਤੇ ਬ੍ਰਹਸਪਤੀ ਇਹਨਾਂ ਦਾ ਗੁਰੂ ਹੈ। ਅਤੇ ਇਸੇ ਪ੍ਰਕਾਰ ਪਤਾਲ ਵਿੱਚ ਰਹਿਣ ਵਾਲੇ ਬਲ ਰਾਜਾ ਆਦਿਕ, ਦੈਂਤ ਆਦਿਕ ਹਨ। ਮੱਛ ਮਾਤ ਲੋਕ ਦੇ ਵਿੱਚ ਮੱਛ ਜਿਵੇਂ ਵਿਚਾਲੇ ਰਹਿੰਦਾ ਪਾਣੀ ਦੇ, ਇਉਂ ਇਹ ਵਿਚਾਲੇ ਲੋਕ ਹੋਣੇ ਕਰਕੇ ਇਹਨੂੰ ਮਤਸ ਲੋਕ, ਮੱਛੀ ਲੋਕ ਜਾਂ ਮੱਛ ਲੋਕ ਕਰਕੇ ਮਹਾਰਾਜ ਜੀ ਨੇ ਵਰਤਿਆ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਮਤਸ ਸ਼ਬਦ ਜਿਹੜਾ ਕੱਚਾ ਪ੍ਰਯੋਗ ਹੈ, ਮੱਛ ਸ਼ਬਦ ਜਿਹੜਾ ਪੱਕਾ ਪ੍ਰਯੋਗ ਛੱਛੇ ਦੇ ਨਾਲ, ਸਤਿਗੁਰੂ ਜੀ ਨੇ ਮੱਛ ਸ਼ਬਦ ਵਰਤਦਾ ਹੈ। ਮਤਸ ਨਾਮ ਵੀ ਮੱਛੀ ਦਾ ਹੈ। ਇਸ ਪ੍ਰਕਾਰ ਮੱਛ ਮੱਧ ਲੋਕ ਦੇ ਵਿੱਚ, ਇਹ ਮਾਤ ਲੋਕ ਵੀ ਤੂੰ ਵਰਤ ਰਹੇ ਹੈ ਸੱਚੇ ਪਾਤਸ਼ਾਹ। ਨਾ ਸਵਰਗ ਦੇ ਦੇਵਤਿਆਂ ਨੇ ਆਨੰਦ ਪਾਇਆ, ਨਾ ਮੱਛ ਮਾਤ ਲੋਕ ਦੇ ਜੀਆਂ ਨੇ ਆਨੰਦ ਪਾਇਆ ਹੈ, ਨਾ ਪਤਾਲ ਦੇ ਲੋਕਾਂ ਨੇ ਆਨੰਦ ਪਾਇਆ। ਤੂੰ ਬੇਅੰਤ ਹੈ ਪਰਮੇਸ਼ਵਰ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪਰ ਤੱਕ ਗੁਰੂ ਨਿਸਤਾਰੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ।